ਕਾਮ ਕ੍ਰੋਧ ਲੋਭ ਝੂਠ ਨਿੰਦਾ ਇੰਤੇ ਆਪ ਛਡਾਵਹੁ। ਇਹ ਪੀਤਰ ਤੇ ਇਨਕੋ ਡਾਰਹੁ ਆਪਨ ਨਿਕਟ ਬੁਲਾਵਹੁ। ਆਪਣੇ ਬੇਦ ਆਪ ਜਨਾਵਹੁ। ਧੰਨ ਧੰਨ ਮਹਾਂਪੁਰਖ ਬਾਬਾ ਸੈਲੂਰਾ ਸਾਹਿਬ ਜੀ, ਬਾਬਾ ਡੋਗਰ ਮਹਾਬਲੀ ਜੀ, ਜਿਨ੍ਹਾਂ ਦੇ ਦਰ ਅਸਥਾਨਾਂ 'ਤੇ ਸਨਮਾਨਯੋਗ ਗੁਰੂ ਕੀ ਸਾਧ ਸੰਗਤ, ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਪਵਿੱਤਰ ਗੁਰਬਾਣੀ ਦੀ ਵਿਚਾਰ ਦੀ ਬਖਸ਼ਿਸ਼ ਕਰਦੇ ਹਨ। ਆਓ ਇਸ ਵਾਸਤੇ ਪਹਿਲਾਂ ਬੇਨਤੀ ਪ੍ਰਵਾਨ ਕਰਨੀ, ਨਿਮਾਣੇ ਨਿਤਾਣੇ ਅਣਜਾਣ ਜੀ ਦੀ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ, ਗੁਰੂ ਕਿਰਪਾ ਦੁਆਰਾ ਚੱਲ ਰਹੀ ਲਗਾਤਾਰ ਪਵਿੱਤਰ ਗੁਰਬਾਣੀ ਦੀ ਵਿਚਾਰ ਅਨੁਸਾਰ ਜੋ ਆਪ ਜੀ ਨੇ ਕੱਲ੍ਹ ਤੱਕ ਮਾਰੂ ਰਾਗ ਦੇ ਵਿੱਚੋਂ 16ਵਾਂ ਜਿਹੜਾ ਸੋਹਲਾ ਹੈ, ਉਹਦੇ 7 ਪਦਿਆਂ ਤੱਕ ਵਿਚਾਰ ਸਰਵਣ ਕੀਤੀ ਹੈ। 8ਵੇਂ ਪਦੇ ਤੋਂ 8 ਨੰਬਰ ਤੋਂ ਇਹ ਵਿਚਾਰ ਅੱਗੇ ਗੁਰੂ ਕਿਰਪਾ ਨਾਲ ਆਰੰਭ ਹੋ ਰਹੀ ਹੈ। ਸਤਿਗੁਰੂ ਜੀ ਰਹਿਮਤ ਬਖਸ਼ਿਸ਼ ਕਰਨਾ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਇਆ ਕਮਲ ਹੈ ਕੁਮਲਾਣਾ, ਮਨ ਮੁਖ ਸ਼ਬਦ ਨ ਬੁਝੈ ਆਣਾ। ਸਤਿਗੁਰੂ ਅਮਰਦਾਸ ਤੀਜੇ ਪਾਤਸ਼ਾਹ ਮਹਾਰਾਜ ਜੀ ਕਥਨ ਕਰਦੇ ਹਨ ਕਿ ਮਨਮੁਖ ਦਾ ਸੂਖਮ ਸਰੀਰ ਹਿਰਦਾ ਕਮਲ ਕਮਲਾਇਆ ਰਹਿੰਦਾ ਹੈ, ਅਤੇ ਮਨਮੁਖ ਅਜਿਹਾ ਅਗਿਆਤ ਹੈ ਜੋ ਗੁਰ ਉਪਦੇਸ਼ ਨੂੰ ਸਮਝਦਾ ਨਹੀਂ ਹੈ। ਕਿਉਂਕਿ ਜਿਹੜਾ ਬਾਹਰੋਂ ਭਾਵੇਂ ਕੋਈ ਵਿਖਾਵੇ ਮਾਤਰ ਹੱਸ ਕੇ ਵੀ ਕਿਸੇ ਨਾਲ ਮਿਲਦਾ ਹੈ, ਕੋਈ ਵਚਨ ਕਰਦਾ ਹੈ, ਪਰ ਅੰਦਰੋਂ ਸਾਰਿਆਂ ਦਾ ਹਿਰਦਾ ਪ੍ਰਸੰਨ ਨਹੀਂ ਹੁੰਦਾ। ਸਤਿਗੁਰੂ ਜੀ ਕਥਨ ਕਰਦੇ ਹਨ, ਉਹ ਜਿਹੜਾ ਅੰਦਰ ਦਾ ਹਿਰਦਾ ਹੈ, ਸੂਖਮ ਸਰੀਰ, ਇਹ ਤਾਂ ਹੀ ਪ੍ਰਸੰਨ ਹੋਵੇਗਾ ਜਿਹਦੇ ਵਿੱਚ ਗੁਰੂ ਕਾ ਸਿਮਰਨ ਬਖਸ਼ਿਆ ਹੋਇਆ ਜਿਹੜਾ ਹੈ ਉਹ ਪ੍ਰਗਟ ਹੈ, ਉਹ ਦ੍ਰਿੜ ਹੈ, ਅਤੇ ਗੁਰੂ ਦੇ ਉਪਦੇਸ਼ ਦੀ ਜਿਹਨੂੰ ਸਮਝ ਆ ਗਈ ਹੈ। ਕਿਉਂਕਿ ਬੜੀ ਹੈਰਾਨੀ ਦੀ ਗੱਲ ਹੈ, ਗੁਰੂ ਦੀ ਸਿੱਖਿਆ ਹੋਵੇ, ਗੁਰੂ ਦਾ ਉਪਦੇਸ਼ ਹੋਵੇ, ਅਤੇ ਆਮ ਕਰਕੇ ਉਹਦੇ ਉੱਪਰ ਹੀ ਬਹਿਸਬਾਜ਼ੀ ਚੱਲਦੀ ਰਹਿੰਦੀ ਹੈ, ਬਹਿਸੀ ਹੁੰਦੀ ਰਹਿੰਦੀ ਹੈ। ਕੋਈ ਕਹਿੰਦਾ ਆਹ ਮੰਤਰ ਹੈ, ਕੋਈ ਕਹਿੰਦਾ ਆਹ ਮੰਤਰ ਹੈ। ਅਤੇ ਸਿਆਣਿਆਂ ਦੀ ਸਿੱਖਿਆ ਹੈ ਕਿ ਭਾਈ ਜਦੋਂ ਗੁਰੂ ਧਾਰਨ ਕੀਤਾ ਹੈ ਤੂੰ ਸਿੱਖ ਬਣਿਆ ਹੈ, ਉਸ ਵੇਲੇ ਜਿਹੜਾ ਤੈਨੂੰ ਮੰਤਰ ਮਿਲਿਆ ਹੈ ਤੂੰ ਉਹਦਾ ਜਾਪ ਕਰਨਾ ਕਰ, ਕਿਸੇ ਨਾਲ ਵਾਧਾ ਘਾਟਾ ਨਾ ਕਰ। ਜਿਹੜਾ ਜਪਣ ਲੱਗ ਪਵੇਗਾ, ਜਪਦਿਆਂ ਜਪਦਿਆਂ ਅੱਗੇ ਜਾ ਕੇ ਆਪਣੇ ਆਪ ਉਹਦੀ ਤਸੱਲੀ ਹੋ ਜਾਂਦੀ ਹੈ, ਕੋਈ ਕਿੰਤੂ ਪਰੰਤੂ ਕਰਨ ਦੀ ਲੋੜ ਨਹੀਂ। ਅਤੇ ਸਾਨੂੰ ਸਮਝਾਉਣ ਵਾਸਤੇ ਸਤਿਗੁਰਾਂ ਨੇ ਵੱਡੇ 4 ਸਹਾਰੇ ਬਖਸ਼ੇ ਹਨ। ਇੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਫਿਰ ਭਾਈ ਗੁਰਦਾਸ ਜੀ ਦੀ ਬਾਣੀ, ਸ੍ਰੀ ਦਸਮ ਗ੍ਰੰਥ ਸਾਹਿਬ ਜੀ, ਅਤੇ ਭਾਈ ਨੰਦ ਲਾਲ ਜੀ ਦੀ ਬਾਣੀ। ਇਹ 4 ਬਾਣੀਆਂ ਪ੍ਰਮਾਣਿਤ ਹਨ। ਸਰਬਲੋਕ ਗ੍ਰੰਥ ਆਦਿਕ, ਭਾਵ ਕਿ ਜਿਨ੍ਹਾਂ ਦਾ ਸਭ ਤੋਂ ਵੱਡਾ ਇੱਕੋ ਹੀ ਸਮਝਣ ਦਾ ਤਰੀਕਾ ਹਰਿਮੰਦਰ ਸਾਹਿਬ ਇਹਨਾਂ ਬਾਣੀਆਂ ਤੋਂ ਬਿਨਾਂ
ਹੋਰ ਕਿਸੇ ਬਾਣੀ ਦਾ ਕਦੇ ਕੀਰਤਨ ਨਹੀਂ ਹੋਇਆ। ਇਹਨਾਂ ਪਵਿੱਤਰ ਬਾਣੀਆਂ ਦੇ ਵਿੱਚੋਂ ਹੀ ਕੀਰਤਨ ਕੀਤਾ ਜਾਂਦਾ ਹੈ। ਇਸ ਕਰਕੇ ਚਾਰੇ ਬਾਣੀਆਂ ਜਿਹੜੀਆਂ ਹਨ ਇਹ ਸਾਡੇ ਵਾਸਤੇ ਬੜਾ ਵੱਡਾ ਸਹਾਰਾ ਹਨ। ਇਹਦੇ ਅਨੁਸਾਰ ਆਪਾਂ ਕਹਿ ਲਈਏ ਭਾਈ ਗੁਰਦਾਸ ਜੀ ਨੂੰ ਉਹਨਾਂ ਦੀ ਬਾਣੀ ਜਿਹੜੀ ਹੈ ਸਤਿਗੁਰਾਂ ਨੇ ਗੁਰਬਾਣੀ ਦੀ ਕੁੰਜੀ ਦਾ ਵਰ ਦਿੱਤਾ ਹੋਇਆ, ਚਾਰਨ ਕਰੋ ਸ੍ਰੀ ਵਾਹਿਗੁਰੂ। ਉਹਨਾਂ ਕਿਹਾ ਜਿਹਨੂੰ ਕੋਈ ਭੇਦ ਵਿੱਚੋਂ ਨਹੀਂ ਲੱਭਦਾ, ਕੋਈ ਗੁੰਝਲ ਬਣਦੀ ਹੈ, ਤੇ ਪਹਿਲਾਂ ਭਾਈ ਗੁਰਦਾਸ ਜੀ ਦੀ ਬਾਣੀ ਦੀ ਵਿਚਾਰ ਕੀਤੀ ਜਾਵੇ ਤੇ ਅਨੇਕਾਂ ਭੁਲੇਖੇ ਪਹਿਲਾਂ ਨਿਕਲ ਜਾਂਦੇ ਹਨ। ਇਸ ਕਰਕੇ ਭਾਵੇਂ ਅੰਮ੍ਰਿਤ ਜਿਹੜਾ ਹੈ ਖੰਡੇ ਦੀ ਪੌਲ ਦਾ 10ਵੇਂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਪਰ ਅਸਲ ਇਹ ਜਿਹੜੀ ਵਿਚਾਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਸੀ ਆਉਣ ਵਾਲੇ ਸਮੇਂ ਵਾਸਤੇ। ਉਸ ਵੇਲੇ ਤੋਂ ਹੀ ਜਿਹੜਾ 40 ਯੁੱਗਾਂ ਦਾ ਜਾਪ ਹੈ ਉਹਨਾਂ ਸਾਰਿਆਂ ਦੀ ਵਿਚਾਰ ਕਰਕੇ ਉਹਦਾ ਤੱਤ ਕੱਢ ਕੇ ਤੇ ਵਾਹਿਗੁਰੂ ਦਾ ਮੰਤਰ ਬਣਾਇਆ ਹੈ। ਇਸ ਕਰਕੇ ਭਾਈ ਗੁਰਦਾਸ ਜੀ ਨੇ ਵੀ ਨਾਲ ਇਹ ਗਵਾਹੀ ਦਿੱਤੀ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਤੇ ਸਤਿਗੁਰਾਂ ਨੇ ਜੋ ਇਹ ਉਪਦੇਸ਼ ਦੇਣਾ ਕੀਤਾ, ਭਾਈ ਜਿਹੜਾ ਸ਼ਰਧਾ ਕਰਕੇ ਸ਼ੰਕਾ ਤੋਂ ਰਹਿਤ ਹੋ ਕੇ ਦਾ ਜਾਪ ਕਰੇਗਾ, ਜੋ ਇੱਕ ਵਾਰ ਵੀ ਸ਼ਰਧਾ ਨਾਲ ਵਾਹਿਗੁਰੂ ਕਹਿ ਲੈਂਦਾ ਹੈ, ਉਹਨੂੰ 40 ਯੁੱਗਾਂ ਦੇ ਜਾਪ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਮੂਲ ਮੰਤਰ ਹੈ ਉਹਦੀ ਵੀ ਸਿੱਖਿਆ ਮਿਲਦੀ ਹੈ, ਪੁਰਾਤਨ ਲਿਖਤਾਂ ਪੁਰਾਤਨ ਗ੍ਰੰਥਾਂ ਵਿੱਚੋਂ ਉਹਦਾ ਹਵਾਲਾ ਮਿਲਦਾ ਹੈ, ਪਰ ਸਾਨੂੰ ਨਾ ਸਮਝ ਆਉਣ ਕਰਕੇ ਫਿਰ ਵੀ ਬਹਿਸ-ਬਹਿਸੀ ਚੱਲਦੀ, ਕੋਈ ਕਹਿੰਦਾ ਇੰਨਾ ਹੈ, ਕੋਈ ਕਹਿੰਦਾ ਇੰਨਾ ਹੈ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਜਿੰਨਾ ਚਿਰ ਸਾਨੂੰ ਗੁਰੂ ਦੇ ਉਪਦੇਸ਼ ਦੀ ਪਛਾਣ ਨਹੀਂ ਜਾਂ ਅਸੀਂ ਜਪਦੇ ਨਹੀਂ, ਅੰਦਰ ਦਾ ਜਿਹੜਾ ਹਿਰਦਾ ਹੈ ਉਹ ਪ੍ਰਸੰਨ ਨਹੀਂ, ਸ਼ਾਂਤੀ ਨਹੀਂ ਹੁੰਦੀ, ਕਮਲ ਖਿੜਦਾ ਨਹੀਂ। ਤਾਂ ਹੀ ਕਿਹਾ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ। ਜਿਹਨੂੰ ਬ੍ਰਹਮ ਦੀ ਸੋਝੀ ਹੋ ਗਈ ਹੈ, ਪਰਮੇਸ਼ਰ ਦੀ ਸੋਝੀ ਹੋ ਗਈ ਹੈ, ਗਿਆਨ ਹੋ ਗਿਆ ਹੈ, ਤੇ ਉਹ ਸਿਮਰਨ ਨਾਮ ਦੇ ਸਦਕੇ ਉਹਦਾ ਮਨ ਉਹਦਾ ਹਿਰਦਾ ਸਦਾ ਖਿੜਿਆ ਰਹਿੰਦਾ ਹੈ। ਭਾਵੇਂ ਕਿਸੇ ਹਾਲਤ ਵਿੱਚ ਹੋਵੇ, ਕਿਹੋ ਜਿਹੀ ਰੁੱਤ ਕਿਹੋ ਜਿਹਾ ਸਮਾਂ ਹੋਵੇ, ਉਹ ਅੰਦਰੋਂ ਪ੍ਰਸੰਨ ਹੈ। ਤੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਭਾਈ ਆਪਣੇ ਮਨ ਦੀ ਮਰਜ਼ੀ ਛੱਡ ਕੇ ਗੁਰੂ ਦੀ ਮੱਤ ਨੂੰ ਧਾਰਨ ਕਰਨਾ, ਤੇ ਗੁਰੂ ਤੋਂ ਬਿਨਾਂ ਜੇ ਕੋਈ ਹੋਰ ਸਾਨੂੰ ਦੱਸਦਾ ਹੈ ਤੇ ਸ਼ੰਕੇ ਪੈ ਜਾਂਦੇ ਹਨ, ਕੋਈ ਕਿਸੇ ਤਰ੍ਹਾਂ ਦੱਸਦਾ, ਕੋਈ ਕਿਸੇ ਤਰ੍ਹਾਂ, ਜਿੰਨੀ ਕਿਸੇ ਨੂੰ ਸੋਝੀ ਹੈ। ਪਰ ਜੋ ਆਪਣੇ ਗੁਰੂ ਦੀ ਮੱਤ ਹੈ ਉਹਦੇ ਅਨੁਸਾਰ ਜੀਵ ਦੀ ਤਰੱਕੀ ਹੁੰਦੀ ਹੈ, ਕਾਮਯਾਬੀ ਹੁੰਦੀ ਹੈ। ਸਤਿਗੁਰੂ ਜੀ ਕਥਨ ਕਰਦੇ, ਗੁਰ ਪ੍ਰਸਾਦੀ ਕਾਇਆ ਖੋਜੇ, ਪਾਏ ਜਗ ਜੀਵਨ ਦਾਤਾ ਹੈ। ਮਹਾਰਾਜ ਜੀ ਕਥਨ ਕਰਦੇ ਹਨ, ਗੁਰਾਂ ਦੀ ਕਿਰਪਾ ਦੁਆਰੇ, ਆਪਣੇ ਆਪ ਨਹੀਂ, ਗੁਰੂ ਰਹਿਮਤ ਕਰੇ ਤੇ ਸਾਡੀ ਕਾਇਆ, ਸਾਡੀ ਬੁੱਧੀ ਵਿੱਚ, ਸਾਡੀ ਮੱਤ ਵਿੱਚ ਹੀ ਖੋਜਣਾ ਕਰੇ ਇਹ ਜੀਵ, ਤੇ ਸਾਡੀ ਬੁੱਧੀ ਵਿੱਚ ਹੀ ਜਗ ਜੀਵਨ ਦਾਤੇ ਪ੍ਰਭੂ ਨੂੰ ਪਾਉਂਦਾ ਹੈ। ਕਿਉਂਕਿ ਪਰਮੇਸ਼ਰ ਜਿਹੜਾ ਹੈ ਉਹਨੂੰ ਲੱਭਣ ਵਾਸਤੇ ਅੰਤਰ ਧਿਆਨ ਹੋਣਾ ਪੈਂਦਾ। ਬਾਹਰ ਰੌਲਾ ਪਾਇਆ ਗੱਲ ਨਹੀਂ ਬਣਦੀ, ਬਾਹਰ ਬਹਿਸੋਂ ਬਹਿਜੀ ਨਾਲ ਗੱਲ ਨਹੀਂ ਬਣਦੀ, ਵਿਖਾਵੇ ਨਾਲ ਗੱਲ ਨਹੀਂ ਬਣਦੀ। ਜਿਵੇਂ ਕੋਈ ਮੁੱਲਾ ਉੱਚੀ ਉੱਚੀ ਬਾਂਗ ਦਿੰਦਾ ਸੀ ਉੱਪਰ ਚੜ੍ਹ ਕੇ ਮਨਾਰੇ ਦੇ, ਤੇ ਉਹ ਕਹਿਣ ਲੱਗੇ ਇਹ ਬਾਂਗ ਦੇਣੀ ਸਾਰਿਆਂ ਨੂੰ ਜ਼ਰੂਰੀ ਹੈ, ਪਰਮੇਸ਼ਰ ਨੂੰ ਆਵਾਜ਼ ਸੁਣਾਉਣੀ। ਤੇ ਭਗਤ ਕਬੀਰ ਜੀ ਕਹਿੰਦੇ, ਮੁੱਲਾ ਮਨਾਰੇ ਕਿਆ ਚੜੇ, ਸਾਈਂ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਕਹਿੰਦੇ ਬਹੁਤੀ ਉੱਚੀ ਉੱਚੀ ਆਵਾਜ਼ਾਂ ਮਾਰਿਆ ਉਹਨੇ, ਤੈਨੂੰ ਕੀ ਗੱਲ ਉਹਨੂੰ ਸੁਣਦਾ ਨਹੀਂ, ਉਹਦੀ ਆਵਾਜ਼ ਤਾਂ ਨਹੀਂ ਸੁਣਨੀ, ਉਹ ਤੇ ਤੇਰੇ ਅੰਦਰ ਹੈ, ਉਹਨੂੰ ਸੁਣਾਉਣ ਵਾਸਤੇ ਆਪਣੇ ਅੰਦਰ ਉਹਦਾ ਅਭਿਆਸ ਕਰ, ਯਾਦ ਕਰ, ਉਹਦਾ ਪ੍ਰੇਮ ਕਰ। ਜਿਉਂ-ਜਿਉਂ ਉਪਦੇਸ਼ ਦ੍ਰਿੜ ਹੋਵੇਗਾ, ਰਾਤ ਦਿਨੇ ਤੇਰੀ ਕਮਾਈ ਹੋਵੇਗੀ, ਆਰਾਧਨਾ ਹੋਵੇਗੀ ਗੁਰੂ ਕੇ ਉਪਦੇਸ਼ ਦੀ, ਤੇ ਅੰਦਰੋਂ ਹੀ ਜਿਹੜੇ ਪ੍ਰਭੂ ਨੂੰ ਬਾਹਰ ਲੱਭਦਾ, ਅੰਦਰੋਂ ਉਹਦੇ ਪ੍ਰਤੱਖ ਦਰਸ਼ਨ ਹੋ ਜਾਂਦੇ ਹਨ। ਜਿਹਨੂੰ ਅੰਦਰੋਂ ਦਰਸ਼ਨ ਹੋ ਗਏ, ਬਾਹਰ ਨੂੰ ਹਰ ਥਾਂ ਫਿਰ ਦਿਸਦਾ ਹੈ। ਉਸ ਵਾਸਤੇ ਕਿਆ ਘਰ ਸੁਖ ਵਸਿਆ,
ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਇਹ ਸਰੀਰ ਘਰ ਦੇ ਵਿੱਚ ਜਿਹਨੂੰ ਸੁਖ ਪ੍ਰਾਪਤ ਹੋ ਗਿਆ ਉਹ ਬਾਹਰ ਵੀ ਸੁਖੀ ਹੈ। ਕੋਟ ਗਹੀ ਕੇ ਪਾਪ ਨਿਵਾਰੇ, ਸਦਾ ਹਰਿ ਜਿਉ ਰਾਖੈ ਉਰ ਤਾਰੇ। ਗੁਰਮੁਖਾਂ ਨੇ ਕਰੋੜਾਂ ਦੇ ਜਿਹੜੇ ਜਨਮ ਦੇ, ਕੋਟ ਦਿਨਾਂ ਦੇ, ਕੋਟ ਸਮੇਂ ਦੇ ਭਾਵ ਅਨੇਕਾਂ ਪਾਪ ਨਿਵਰਤ ਕੀਤੇ ਹਨ, ਦੇ ਜੋ ਦੋਸ਼ਾਂ ਦੇ ਪਾਪ ਨਿਵਰਤ ਕੀਤੇ ਹਨ, ਉਹ ਹਰ ਜੀ ਨੂੰ ਸਦਾ ਹਿਰਦੇ ਵਿੱਚ ਧਾਰ ਰੱਖਦੇ ਹਨ। ਸਤਿਗੁਰੂ ਜੀ ਕਹਿੰਦੇ ਜਿਵੇਂ ਬਹੁਤ ਲੱਕੜਾਂ ਦਾ ਢੇਰ ਲੱਗਾ ਹੋਵੇ, ਇੱਕ ਚੰਗਿਆੜੀ ਉਹਦੇ ਵਿੱਚ ਰੱਖ ਦਿੱਤੀ ਜਾਵੇ, ਉਹ ਬਲ ਪਏ ਤੇ ਸਾਰੀਆਂ ਲੱਕੜਾਂ ਨੂੰ ਭਸਮ ਕਰ ਦਿੰਦੀ ਹੈ। ਜੈਸੇ ਪਾਕ ਕਾਸ਼ਟ ਭਸਮੰ ਕਰੋਧ, ਇਸੇ ਤਰ੍ਹਾਂ ਜਿਹਦੇ ਅੰਦਰ ਪਰਮੇਸ਼ਰ ਦਾ ਸਿਮਰਨ ਹੈ, ਅੰਦਰੋਂ ਉਹਦੇ ਨਾਲ ਪ੍ਰੇਮ ਕਰਦਾ ਹੈ, ਉਹਦੇ ਸਾਰੇ ਪਾਪ ਜਿਹੜੇ ਖਤਮ ਹੋ ਜਾਂਦੇ ਹਨ। ਸਤਿਗੁਰੂ ਜੀ ਕਥਨ ਕਰਦੇ ਫਿਰ ਇਹ ਪਾਪ ਤੇ ਹੋ ਗਏ ਖਤਮ, ਤੇ ਇਦੋਂ ਵੱਧ ਹੋਰ ਕਿੰਨੀ ਕਿਰਪਾ ਹੁੰਦੀ ਹੈ। ਜੋ ਇੱਛੈ ਸੋਈ ਫਲ ਪਾਏ, ਜਿਉ ਰੰਗ ਮਜੀਠੈ ਰਾਤਾ ਹੈ। ਉਹ ਫਿਰ ਐਸੇ ਪਰਮੇਸ਼ਰ ਦੇ ਪਿਆਰੇ ਜੋ ਚਾਹੁੰਦੇ ਹਨ ਉਹੀ ਫਲ ਪਾਉਂਦੇ ਹਨ, ਅਤੇ ਉਹਨਾਂ ਦੀ ਮਾੜੀ ਚਾਹ ਹੁੰਦੀ ਨਹੀਂ, ਮਾੜੀ ਇੱਛਾ ਹੁੰਦੀ ਨਹੀਂ, ਸ਼ੁਭ ਭਾਵਨਾ ਹੁੰਦੀ ਹੈ। ਅਤੇ ਗੁਰੂ ਅੱਗੇ ਬੇਨਤੀ ਕਰਨ ਲੱਗਿਆ ਵੀ ਸਿੱਖ ਕਹਿੰਦਾ ਮਹਾਰਾਜ ਸ਼ੁਭ ਕਾਮਨਾਵਾਂ ਪੂਰੀਆਂ ਕਰ, ਕਿਉਂਕਿ ਅਸੀਂ ਤਾਂ ਮਾੜੀਆਂ ਵੀ ਸੋਚਦੇ ਹਾਂ, ਪਰ ਗੁਰੂ ਸ਼ੁਭ ਕਾਮਨਾ ਜਿਹੜੀਆਂ ਪੂਰਨਾ ਕਰ ਦਿੰਦਾ ਹੈ ਪ੍ਰਸੰਨ ਹੋ ਕੇ। ਜਿਵੇਂ ਮਜੀਠੇ ਰੰਗ ਵਿੱਚ ਰੰਗੇ ਹੋਏ ਕੱਪੜੇ ਦਾ ਗੂੜਾ ਰੰਗ ਹੁੰਦਾ ਹੈ, ਅਤੇ ਉਹ ਕੱਪੜਾ ਭਾਵੇਂ ਪਾਟ ਜਾਵੇ ਪਰ ਉਹਦਾ ਰੰਗ ਜਿਹੜਾ ਉਹਦਾ ਫਰਕ ਨਹੀਂ ਪੈਂਦਾ। ਤਿਵੇਂ ਭਗਤੀ ਰੂਪ ਮਜੀਠੇ ਰੰਗ ਵਿੱਚ ਉਹਨਾਂ ਦਾ ਮਨ ਰੂਪੀ ਕੱਪੜਾ ਰੰਗਿਆ ਹੋਇਆ ਗੂੜੇ ਰੰਗ ਵਾਲਾ ਹੁੰਦਾ ਹੈ। ਜਿਵੇਂ ਕਿ ਧੰਨ ਮਹਾਂਪੁਰਖ ਬਾਬਾ ਸਿਲਵਰਾ ਸਾਹਿਬ ਜੀ ਦੇ ਪੁਰਾਤਨ ਸਰੂਪ ਦੇ ਦਰਸ਼ਨ ਕਰੋ ਤਾਂ ਉਹਨਾਂ ਦਾ ਜਿਹੜਾ ਬਾਣਾ ਹੈ, ਉਹਨਾਂ ਦਾ ਚੋਲਾ ਹੈ, ਉਹਦਾ ਵੀ ਗੂੜੇ ਮਜੀਠ ਵਾਲਾ ਰੰਗ ਹੈ। ਭਾਵ ਇਹ ਜੋ ਪਰਮੇਸ਼ਰ ਦੇ ਪਿਆਰਿਆਂ ਨੂੰ ਅੰਦਰੋਂ ਜਿਹੜੇ ਕਿਸੇ ਚੀਜ਼ ਦੇ ਦਰਸ਼ਨ ਹੁੰਦੇ ਹਨ ਪ੍ਰਤੱਖ, ਫਿਰ ਉਹ ਬਾਹਰ ਮੁੜ ਕੇ ਪ੍ਰਗਟ ਕਰਦੇ ਹਨ। ਪਹਿਲਾਂ ਉਹਨਾਂ ਦੇ ਅੰਦਰ ਸ਼ੁਭ ਖਿਆਲ ਪੈਦਾ ਹੁੰਦੇ ਹਨ। ਜਿੰਨੇ ਵੀ ਸੰਤਾਂ ਮਹਾਂਪੁਰਖਾਂ ਨੇ ਭੇਖਾਂ ਦੇ ਰੰਗ ਦੱਸੇ ਹਨ, ਉਹਨਾਂ ਦੇ ਅੰਦਰ ਪਹਿਲਾਂ ਉਹ ਚੀਜ਼ ਲਹਿਰ ਪੈਦਾ ਹੋਈ, ਫਿਰ ਉਹਨਾਂ ਨੇ ਬਾਹਰ ਪ੍ਰਗਟ ਕੀਤੀ ਹੈ। ਇਹ ਗੂੜਾ ਰੰਗ ਮਜੀਠ ਦਾ ਜਿਹੜਾ ਹੈ, ਇਹਦਾ ਤਾਂ ਮਹਾਰਾਜ ਨੇ ਹਵਾਲਾ ਦਿੱਤਾ ਹੈ। ਮਜੀਠ ਇੱਕ ਐਸੀ ਬੂਟੀ ਹੈ, ਉਹਦੀਆਂ ਜੜ੍ਹਾਂ ਜਿਹੜੀਆਂ ਹਨ ਉਹਨਾਂ ਦੇ ਵਿੱਚੋਂ ਉਹ ਰੰਗ ਨਿਕਲਦਾ ਹੈ ਤਰੀਕੇ ਦੇ ਨਾਲ, ਅਤੇ ਉਹਦੇ ਵਿੱਚ ਜਿਹੜੇ ਕੱਪੜੇ ਰੰਗੇ ਜਾਂਦੇ ਹਨ ਉਹ ਫਿਰ ਗੂੜਾ ਰੰਗ ਹੋ ਜਾਂਦਾ ਹੈ। ਜਾਂ ਗੂੜਾ ਲਾਲ ਰੰਗ ਜਿਹੜਾ ਹੈ ਉਹ ਭਗਤੀ ਵਾਲਿਆਂ ਦਾ ਵੀ ਰੰਗ ਦੱਸਿਆ ਹੈ। ਲਾਲ ਰੰਗ ਤਿਸ ਕਉ ਲੱਗਾ ਜਿਸ ਕੇਵੜ ਭਾਗਾ, ਨਾ ਮੈਲਾ ਨਾ ਧੁੰਦਲਾ, ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ, ਐਸੇ ਪਰਮੇਸ਼ਰ ਦੇ ਪਿਆਰੇ ਜੋ ਵੀ ਚਾਹੁਣ ਐਸੀ ਅਵਸਥਾ ਵਾਲੇ, ਉਹੀ ਵਾਹਿਗੁਰੂ ਉਹਨਾਂ ਦੀ ਜਿਹੜੀ ਮਨ ਦੀ ਭਾਵਨਾ ਪੂਰੀ ਕਰ ਦਿੰਦਾ ਹੈ। ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ। ਇਹ ਜਿਹੜੀਆਂ ਪੋਥੀਆਂ ਦੀ ਵਿਚਾਰ ਆਪ ਸਰਵਣ ਕਰਦੇ ਹੋ, ਇਹ ਧੰਨ ਮਹਾਂਪੁਰਖ ਬਾਬਾ ਭਾਈ ਮਨੀ ਸਿੰਘ ਸਾਹਿਬ ਜੀ, ਜਿਨ੍ਹਾਂ ਦੀ ਸੰਪਰਦਾ ਦੇ ਵਿੱਚੋਂ ਮਹਾਂਪੁਰਸ਼ ਹੋਏ ਹਨ, ਉਹ ਜਦੋਂ ਵੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਜਾਂ ਕਿਸੇ ਪ੍ਰੇਮੀ ਨਾਲ ਬਚਨ ਕਰਦੇ, ਅਤੇ ਮਗਰੋਂ ਉਹ ਬਚਨ ਦੱਸਦੇ ਹਨ, ਉਹਨਾਂ ਦਾ ਹਵਾਲਾ ਮਿਲਦਾ ਹੈ। ਸੁਖਮਨੀ ਸੁੱਖਾਂ ਦੀ ਨਿੱਧ, ਪੜ੍ਹਦੇ ਸੁਣਦਿਆਂ ਦੇ ਕਾਰਜ ਸਿੱਧ, ਸੁਖਮਨੀ ਸੁੱਖਾਂ ਦੀ ਦਾਤੀ, ਸੁਖਮਨੀ ਪੜ੍ਹੀਏ ਦਿਨ ਰਾਤੀ, ਸੁਖਮਨੀ ਪੜ੍ਹੀਏ ਦਿਨ ਰਾਤੀ, ਸੁਖਮਨੀ ਕਾ ਪਾਠ ਜੋਏ, ਮੁਖ ਤੇ ਜੋ ਬੋਲੇ ਸੋ ਹੋਏ, ਅਣ ਦਿਨ ਸੁਖਮਨੀ ਜੋ ਰਰੈ, ਭਵ ਸਾਗਰ ਤੇ ਸੋ ਨਰ ਤਰੈ। ਭਾਵ ਕਿ ਜਿਹੜਾ ਇਸ ਪਵਿੱਤਰ ਗੁਰਬਾਣੀ ਨਾਲ ਉਸ ਨਾਮ ਦੇ ਨਾਲ ਜੁੜਦਾ ਹੈ, ਉਹਨੂੰ ਸਾਰੇ ਸੁੱਖਾਂ ਦੇ ਖਜ਼ਾਨੇ ਮਿਲ ਜਾਂਦੇ ਹਨ। ਅਤੇ ਜੋ ਉਹਦੇ ਮਨ ਦੀ ਭਾਵਨਾ ਜਾਂ ਉਹਦੀ ਰਸਨਾ ਵਿੱਚੋਂ ਕੋਈ ਆਵਾਜ਼ ਨਿਕਲਦੀ ਹੈ, ਪਰਮੇਸ਼ਰ ਪੂਰੀ ਕਰਦਾ ਹੈ। ਮਨ ਫੁੱਲ ਜਿਹਦਾ ਫੁਰਨਾ ਹੈ ਮਨ ਦਾ,
ਜ਼ਬਾਨ ਤੋਂ ਨਾ ਵੀ ਬੋਲੇ ਤਾਂ ਵੀ ਪਰਮੇਸ਼ਰ ਪ੍ਰਭੂ ਪਿਆਰਿਆਂ ਦਾ ਫੁਰਨਾ ਪੂਰਾ ਕਰ ਦਿੰਦਾ ਹੈ, ਕਿਉਂਕਿ ਉਹਨਾਂ ਦਾ ਅੰਦਰ ਗੂੜੇ ਰੰਗ ਵਿੱਚ ਰੰਗਿਆ ਹੈ, ਪ੍ਰੇਮ ਵਿੱਚ ਰੰਗਿਆ ਹੈ। ਅਤੇ ਫਿਰ ਇਹ ਤਾਂ ਪ੍ਰੇਮ ਵਿੱਚ ਰੰਗਿਆਂ ਦੀ ਗੱਲ, ਅਤੇ ਦੂਜਿਆਂ ਨੂੰ ਵੀ ਸਤਿਗੁਰਾਂ ਦੱਸਿਆ, ਇਹ ਬਚਨ ਹਵਾਲਾ ਦੱਸਿਆ ਹੈ, ਉਪਦੇਸ਼ ਦਿੱਤਾ ਹੈ ਕਿ ਭਾਈ ਜਿਹੜਾ ਗੁਰੂ ਦੀ ਮੱਤ ਨੂੰ, ਗੁਰੂ ਦੀ ਸਿੱਖਿਆ ਨੂੰ ਮੰਨਦਾ ਅਤੇ ਵਡਭਾਗੀ ਹੈ। ਪਰ ਜੇ ਕੋਈ ਨਹੀਂ ਵੀ ਮੰਨਦਾ ਕਿਸੇ ਸੰਤ ਮਹਾਂਪੁਰਸ਼ ਦੀ ਗੱਲ, ਗੁਰੂ ਦੀ ਗੱਲ, ਅਤੇ ਉਹਦੇ 'ਤੇ ਕਿੰਤੂ ਪਰੰਤੂ ਨਾ ਕਰੀਏ, ਕਿਉਂਕਿ ਸਾਡੀ ਉੱਥੋਂ ਤੱਕ ਸੋਚ ਨਹੀਂ ਹੁੰਦੀ, ਅਸੀਂ ਕਹਿ ਦਿੰਦੇ ਆਹ ਗੱਲ ਨਹੀਂ। ਸਤਿਗੁਰੂ ਜੀ ਕਹਿੰਦੇ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਇਹ ਤਾਂ ਪੂਰਿਆਂ ਨੇ ਦੱਸਣੀ ਹੈ ਗੱਲ, ਹੋਰ ਥਾਵਾਂ ਤੋਂ ਸ਼ੱਕ ਪੈਂਦਾ ਹੈ। ਇੱਕ ਥਾਂ ਸੁਣ ਕੇ ਦੂਜੇ ਤੋਂ ਸੁਣੋ ਅਤੇ ਸ਼ੱਕ ਪੈ ਜਾਂਦਾ ਹੈ। ਅਤੇ ਜਿਹੜੇ ਪੂਰੇ ਹਨ, ਅਤੇ ਮਹਾਂਪੁਰਖਾਂ ਦਾ ਕਹਿਣਾ 100 ਸਿਆਣਾ ਇੱਕੋ ਮੱਤ, ਅਤੇ ਮੂਰਖਾਂ ਦੀ ਵੱਖੋ ਵੱਖ। ਸਿਆਣਾ 100 ਵੀ ਇਕੱਠਾ ਹੋ ਜਾਵੇ ਅਤੇ ਉਹਨਾਂ ਦੀ ਇੱਕ ਰਾਏ ਬਣ ਜਾਵੇਗੀ, ਆਹ ਗੱਲ ਸਹੀ ਹੈ, ਅਤੇ ਮੂਰਖ 2 ਵੀ ਹੋਣ ਅਤੇ ਉਹਨਾਂ ਦੀ ਰਾਏ ਨਹੀਂ ਰਲਦੀ। ਇਸ ਕਰਕੇ ਜਿਹੜੇ ਪਰਮੇਸ਼ਰ ਦੇ ਹੁਕਮ ਨੂੰ ਮੰਨਣ ਵਾਲੇ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੇ ਜਿਸ ਮੀਠਾ ਜੀਓ। ਜਿਹੜਾ ਉਹਦੇ ਹੁਕਮ ਨੂੰ ਚੰਗਾ ਸਮਝਦਾ ਹੈ, ਨਾ ਵੀ ਸਮਝ ਲੱਗੇ ਤੇ ਬੇਨਤੀ ਕਰਦਾ ਸੰਗਤ ਵਿੱਚ, ਗੁਰੂ ਕੀ ਸ਼ਰਨ ਵਿੱਚ ਕਿ ਮੇਰੀ ਆ ਸ਼ੰਕਾ ਨਿਵਰਤ ਕਰ ਦਿਓ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਉਹਨਾਂ 'ਤੇ ਕਿਰਪਾ ਹੋ ਜਾਂਦੀ ਹੈ। ਮਨਮੁਖ ਗਿਆਨ ਕਥੇ ਨਾ ਹੋਈ, ਫਿਰ ਆਵੇ ਠੌਰ ਨ ਕੋਈ। ਮਨਮੁਖ ਪੁਰਸ਼ ਗਿਆਨ ਦੀਆਂ ਗੱਲਾਂ ਕਥਨ ਤਾਂ ਕਰਦਾ ਹੈ, ਕਿਉਂਕਿ ਸਤਿਗੁਰਾਂ ਦੇ ਨੁਗਰੇ ਦੀ ਵੀ ਗੱਲ ਕਹਿ ਦਿੱਤੀ, ਜੋ ਨੁਗਰਾ ਬਹੁ ਬਾਤਾਂ ਜਾਣਿਓ ਹਰ ਦਰਗਾਹ ਹੈ ਭ੍ਰਸ਼ਟੀ। ਜਿਹੜਾ ਨੁਗਰਾ ਪੁਰਸ਼ ਹੈ ਉਹ ਗੁਰਮੁਖ ਨਾਲੋਂ ਜ਼ਿਆਦੀਆਂ ਗੱਲਾਂ ਕਰਦਾ ਬਾਹਰ ਦੀਆਂ। ਕੋਈ ਇੱਕ ਗੱਲ ਸੁਣਾਵੇ ਅੱਗੋਂ 10 ਕਰਕੇ ਸੁਣਾ ਦਿੰਦਾ ਹੈ। ਉਹ ਕਹਿੰਦਾ ਮੈਂ ਤੈਨੂੰ ਸਿੱਖਿਆ ਦਿੰਦਾ, ਤੂੰ ਕੀ ਦੱਸਣੀ। ਪਰ ਅੱਗੇ ਉਹਦੀ ਕੋਈ ਗੱਲ ਪ੍ਰਵਾਨ ਨਹੀਂ, ਕਿਉਂਕਿ ਉਹਨੂੰ ਆਪ ਗੁਰਮਤਿ ਦੀ ਸੋਝੀ ਹੋਈ ਨਹੀਂ। ਸਤਿਗੁਰੂ ਜੀ ਕਹਿੰਦੇ ਬਾਹਰੋਂ ਭਾਵੇਂ ਕਿੰਨੀਆਂ ਗਿਆਨ ਦੀਆਂ ਗੱਲਾਂ ਕਰਦਾ ਹੈ, ਅਤੇ ਪਰ ਉਸ ਦੇ ਅੰਦਰ, ਆਪਣੇ ਅੰਦਰ ਉਹ ਗੱਲ ਧਾਰਨਾ ਨਹੀਂ ਹੁੰਦੀ। ਆਪ ਉਸ ਗੱਲ 'ਤੇ ਪੱਕਾ ਨਹੀਂ, ਜੋ ਕਹਿੰਦਾ ਉਹ ਆਪ ਨਹੀਂ ਕਰਦਾ। ਅਤੇ ਪੂਰੀ ਗੱਲ ਉਹਦੀ ਹੁੰਦੀ ਹੈ ਜੋ ਕਹਿੰਦਾ ਉਹ ਕਰਦਾ ਹੈ, ਜਿਹਦੀ ਕਹਿਣੀ ਅਤੇ ਕਰਨੀ ਇੱਕ ਹੋ ਜਾਵੇ। ਇਹ ਗੱਲ ਉਹ ਮੰਨਦਾ ਨਹੀਂ, ਇਸ ਲਈ ਮੁੜ ਮੁੜ ਕੇ ਜਗਤ ਵਿੱਚ ਆਉਂਦਾ ਹੈ ਅਤੇ ਕੋਈ ਠਹਿਰਨ ਦੀ ਥਾਂ ਨਹੀਂ ਪਾਉਂਦਾ। ਉਹ ਠਹਿਰਨ ਦੀ ਥਾਂ ਨੂੰ ਨਹੀਂ ਪਾਉਂਦਾ। ਸਤਿਗੁਰੂ ਜੀ ਕਹਿੰਦੇ ਸਤ ਸੰਗਤ ਢੋਈ, ਨਾ ਮਿਲੇ ਭਾਈ ਬੈਸਣ ਮਿਲੇ ਨਾ ਥਾਂ। ਕਰਮਾਂ ਤੋਂ ਬਿਨਾਂ ਕਈ ਵਾਰ ਸੰਗਤ ਵਿੱਚ ਉਹਦੇ ਕੋਲ ਬੈਠਾ ਹੀ ਨਹੀਂ ਜਾਂਦਾ, ਜਗ੍ਹਾ ਲੱਭਣ ਤੋਂ, ਬਹਿਣ ਤੋਂ ਹੀ ਲੜ ਪੈਂਦਾ ਹੈ। ਅਤੇ ਇਸ ਕਰਕੇ ਜੇ ਕਿਤੇ ਬਹਿ ਵੀ ਜਾਵੇ, ਜਾਂ ਉਹਨੂੰ ਸੁਸਤੀ ਪੈ ਜਾਂਦੀ, ਹੰਗਲਾ ਆਉਣੇ ਸ਼ੁਰੂ ਹੋ ਜਾਂਦੇ ਹਨ, ਜਾਂ ਕੋਈ ਸੁਨਾਹ ਇਹੋ ਜਿਹਾ ਆ ਜਾਂਦਾ, ਉਹਨੂੰ ਉੱਠ ਕੇ ਜਾਣਾ ਪੈਂਦਾ ਹੈ। ਸੰਗਤ ਦੇ ਵਿੱਚੋਂ ਲਾਹਾ ਜਿਹੜਾ ਮਿਲਦਾ ਹੈ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਮਨਮੁਖਾਂ ਨੂੰ ਉਹ ਵਸਤੂ ਪ੍ਰਾਪਤ ਨਹੀਂ ਹੁੰਦੀ। ਇਹ ਸ਼ੰਕਾ ਕਰਕੇ, ਦੋਸ਼ ਕੱਢ ਕੇ ਇੱਕ ਦੂਜੇ 'ਤੇ ਹੋਰ ਭਾਰ ਚੜ੍ਹਾ ਲੈਂਦੇ ਹਨ। ਸਤਿਗੁਰੂ ਜੀ ਕਥਨ ਕਰਦੇ ਗੁਰਮੁਖ ਗਿਆਨ ਸਦਾ ਸਾਲਾਹੇ, ਜੁਗ ਜੁਗ ਏਕੋ ਜਾਤਾ ਹੈ। ਜਿਹੜੇ ਹਰ ਵੇਲੇ ਗੁਰੂ ਨੂੰ ਮੁੱਖ ਰੱਖਦੇ, ਆਪਣਾ ਮੂੰਹ ਗੁਰੂ ਵਾਲੇ ਰੱਖਦੇ ਹਨ, ਧਿਆਨ ਸਦਾ ਹੀ, ਉਹਨਾਂ ਗੁਰਮੁਖਾਂ ਨੂੰ ਜਦ ਵੀ ਗਿਆਨ ਦੀ ਪ੍ਰਾਪਤੀ ਹੈ ਤਾਂ ਵੀ ਉਹ ਸਦਾ ਨਾਮ ਨੂੰ ਸਲਾਹੁੰਦੇ ਰਹਿੰਦੇ ਹਨ। ਇਹ ਨਹੀਂ ਕਹਿੰਦੇ ਸਾਨੂੰ ਪਤਾ ਹੁਣ ਕੋਈ ਲੋੜ ਨਹੀਂ। ਅਤੇ ਯੁੱਗ ਯੁੱਗ ਵਿੱਚ ਉਹਨਾਂ ਨੇ ਇੱਕ ਨੂੰ ਜਾਣਿਆ ਹੈ, ਕਿਉਂਕਿ ਇਹ ਜਿਹੜੀ ਸਿੱਖਿਆ ਹੈ ਗੁਰੂ ਦੀ, ਮਰਜ਼ਾਦਾ ਹੈ ਨਿਤਨੇਮ ਦੀ, ਸਿਮਰਨ ਦੀ, ਬਾਣੀ ਦੀ, ਇਹ ਨਹੀਂ ਕਿ ਕੁਝ ਸਮੇਂ ਵਾਸਤੇ ਹੈ। ਜਿਵੇਂ ਕਈ ਅੰਮ੍ਰਿਤ ਛਕਦੇ ਕਹਿੰਦੇ ਇੰਨੇ ਦਿਨ ਰਹਿਤ ਰੱਖੋ, ਇਹ ਅਖੀਰਲੇ ਸਵਾਸਾਂ ਤੱਕ ਨਿਭਣੀ ਚਾਹੀਦੀ ਹੈ, ਤਾਂ ਕਿਰਪਾ ਹੁੰਦੀ ਹੈ, ਸਦਾ ਵਾਸਤੇ ਹੈ। ਅਤੇ ਸਤਿਗੁਰੂ ਜੀ ਕਥਨ ਕਰਦੇ ਹਨ, ਇਸ ਕਰਕੇ ਭਾਵੇਂ ਉਹਨਾਂ ਨੂੰ ਬਹੁਤ ਕੁਝ ਪ੍ਰਾਪਤ ਹੋ ਗਿਆ ਤਾਂ ਵੀ ਆਪਣਾ ਨਿਯਮ ਨਹੀਂ ਛੱਡਦੇ। ਅਤੇ ਯੁੱਗ ਯੁੱਗ ਵਿੱਚ ਉਹਨਾਂ ਨੇ ਇੱਕ ਨੂੰ ਜਾਣਿਆ ਹੈ ਕਿ ਸਦਾ ਇੱਕ ਪਰਮੇਸ਼ਰ ਦੀ ਤਾਕਤ ਵਰਤੀ ਹੈ, ਜਿਹਨੂੰ ਕਿਹਾ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਭੇ ਸੱਚ। ਇੱਥੇ ਇੱਕ ਮਹਾਂਪੁਰਖਾਂ ਦਾ ਇਹ ਬਚਨ ਦਾ ਹਵਾਲਾ ਮਿਲਦਾ ਹੈ, ਜਿਹੜੇ ਹੁਣ ਕਈ ਵਾਰ ਕਹਿ ਦਿੰਦੇ ਜੀ ਜਿਨ੍ਹਾਂ ਨੂੰ
ਅਵਸਥਾ ਪਰਮੇਸ਼ਰ ਨੇ ਪ੍ਰਾਪਤ ਕਰ ਦਿੱਤੀ ਹੈ, ਉੱਚੀ ਅਵਸਥਾ ਦੇ ਮਾਲਕ ਬਣ ਗਏ, ਉਹਨਾਂ ਨੂੰ ਕੀ ਲੋੜ ਘਾਲਣਾ ਘਾਲਣ ਦੀ। ਇਹ ਪਹਿਲਾਂ ਦੀ ਗੱਲ ਹੈ। ਪਰ ਨਹੀਂ, ਸਤਿਗੁਰੂ ਜੀ ਕਥਨ ਕੀਤਾ ਜਿਵੇਂ ਤੇ ਮਹਾਂਪੁਰਖਾਂ ਨੇ ਜਿਨ੍ਹਾਂ ਨੂੰ ਜਾਣਕਾਰੀ ਮਿਲੀ ਉਹਨਾਂ ਦੱਸਣਾ ਕੀਤਾ ਹੈ। ਕਿਸੇ ਸ਼ਾਹੂਕਾਰ ਦੀ ਕੋਈ ਐਸੀ ਸੇਵਾਦਾਰ ਨਹੀਂ, ਸਫਾਈ ਕਰਨ ਵਾਲੀ ਉਹਦੇ ਘਰ ਦੀ ਰੋਜ਼ ਸਫਾਈ ਕਰਨ ਆਉਂਦੀ ਹੈ। ਤੇ ਇੱਕ ਦਿਨ ਐਸਾ ਕਾਰਨ ਬਣਿਆ, ਉਹ ਝਾੜੂ ਫੇਰਦੀ ਫੇਰਦੀ ਨੂੰ ਬਾਹਰ ਕੂੜੇ ਦੇ ਵਿੱਚੋਂ ਇੱਕ ਲਾਲ ਲੱਭ ਗਿਆ। ਉਹ ਲਾਲ ਜਿਹੜਾ ਹੈ, ਜਿਹਨੂੰ ਪਰਖ ਹੈ, ਉਹਦੀ ਬਹੁਤ ਵੱਡੀ ਕੀਮਤ ਹੁੰਦੀ ਹੈ, ਆਮ ਕੋਈ ਕੀਮਤ ਨਹੀਂ ਦੇ ਸਕਦਾ ਉਸ ਨੂੰ ਖਰੀਦਣ ਲਈ। ਉਹਨੇ ਹੁਣ ਜਦੋਂ ਆਪਣੇ ਮਾਲਕ ਨੂੰ ਦੱਸਿਆ ਕਿ ਇੱਥੇ ਸਫਾਈ ਕਰਦਿਆਂ ਮੈਨੂੰ ਆਹ ਪਦਾਰਥ ਪ੍ਰਾਪਤ ਹੋਇਆ ਹੈ, ਬੜੀ ਖੁਸ਼ ਹੋਈ। ਤੇ ਅਗਲੇ ਦਿਨ ਫੇਰ ਆਈ ਤੇ ਉੱਥੇ ਪੁੱਛਣ ਵਾਲੇ ਨੇ ਪੁੱਛਿਆ, ਜੇ ਤੈਨੂੰ ਐਡੀ ਵੱਡੀ ਵਸਤੂ ਮਿਲ ਗਈ ਤੇ ਅੱਜ ਕਾਹਦੇ ਲਈ ਆਈ ਹੈ? ਫਿਰ ਤੇ ਤੇਰੀ ਗਰੀਬੀ ਉਸ ਲਾਲ ਨੇ ਕੱਟ ਦੇਣੀ ਹੈ, ਉਹ ਤੋਂ ਜੋ ਮਰਜ਼ੀ ਤੋਂ ਕਰ ਸਕਦੀ ਕਾਰੋਬਾਰ ਆਪਦਾ, ਬੜੇ ਵੱਡੇ ਮੁੱਲ ਦਾ ਹੁੰਦਾ ਹੈ। ਉਹਨੇ ਕਿਹਾ ਭਾਈ ਇਹ ਗੱਲ ਨਹੀਂ। ਉਹਨੇ ਕਿਹਾ ਇਹ ਸਫਾਈ ਕਰਦਾ, ਜੇ ਮੈਨੂੰ ਇੱਕ ਲਾਲ ਲੱਭਾ ਹੈ ਤਾਂ ਮੈਂ ਹਟ ਜਾਵਾਂ ਤੇ ਮੈਂ ਤੇ ਫਿਰ ਬੇਕਦਰਾ ਹੀ ਹੋ ਗਈ, ਬੇਸਮਝ ਹੋ ਗਈ। ਕਹਿੰਦੇ ਕਿਉਂ? ਕਹਿੰਦੇ ਜੇ ਸਫਾਈ ਕਰਦਾ ਇੱਕ ਲਾਲ ਲੱਭਾ ਤੇ ਮੈਂ ਸਦਾ ਹੀ ਸਫਾਈ ਕਰਦੀ ਰਵਾਂ, ਕੀ ਤਾਂ ਮੈਨੂੰ ਕੀ ਕੁਝ ਮਿਲ ਜਾਣਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਿੱਥੋਂ ਇੱਕ ਲਾਲ ਪ੍ਰਾਪਤ ਹੋਇਆ, ਹੋਰ ਪਤਾ ਨਹੀਂ ਕੀ ਕੁਝ ਲੱਭ ਜਾਵੇ। ਤੇ ਹੁਣ ਮੈਂ ਅੱਗੇ ਭਾਵੇਂ ਛੱਡ ਦਿੰਦੀ, ਹੁਣ ਮੈਂ ਡਿਊਟੀ ਨਹੀਂ ਛੱਡਣੀ, ਸਫਾਈ ਕਰਾਂਗੀ, ਆਪਣੇ ਨਿਯਮ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੀ। ਇਸੇ ਪ੍ਰਕਾਰ ਜਿਹੜੇ ਰੱਬ ਦੇ ਪਿਆਰੇ ਹਨ, ਉਹਨਾਂ ਨੂੰ ਭਾਵੇਂ ਕਿੰਨਾ ਕੁਝ ਪ੍ਰਾਪਤ ਹੋ ਜਾਵੇ, ਉਹ ਆਪਣੀ ਮਰਜ਼ਾਦਾ ਨੂੰ ਛੱਡਦੇ ਨਹੀਂ। ਇਸ ਕਰਕੇ ਐਸੀ ਰਹਿਣੀ ਰੱਖਦੇ ਹਨ ਜਿਹੜੀ ਸਦਾ ਨਿਭ ਜਾਵੇ। ਨਹੀਂ ਕਦੀ ਕੁਝ ਲਿਬਾਸ, ਕਦੀ ਕੋਈ ਲਿਬਾਸ, ਕਦੀ ਕੋਈ ਕਾਰਨ, ਵੱਖ ਵੱਖ ਨਹੀਂ ਹੁੰਦਾ। ਉਹਨਾਂ ਦੀ ਸਦਾ ਇੱਕ ਮਰਜ਼ਾਦਾ, ਇੱਕ ਵਿਚਾਰ, ਇੱਕੋ ਹੀ ਕਹਿਣੀ ਕਰਨੀ ਰਹਿੰਦੀ ਹੈ। ਤੇ ਜਿਹੜਾ ਅਦਲੀ ਬਦਲੀ ਕਰਦਾ ਰਹਿੰਦਾ, ਸਤਿਗੁਰੂ ਜੀ ਕਹਿੰਦੇ ਮਨਮੁਖ ਜਿਹੜਾ ਹੈ ਬਹੁਤੇ ਵੇਸ ਕਰੇ ਕੂੜੀਆਰ, ਉਹ ਵੇਸਵਾ ਦੇ ਸਮਾਨ ਹੋ ਜਾਂਦਾ, ਵੱਖ ਵੱਖ ਤਰ੍ਹਾਂ ਦੇ ਵੇਸ ਧਾਰਨ ਕਰਦੀ ਹੈ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ, ਗੁਰਮੁਖਾਂ ਦੀ ਸਦਾ ਇੱਕ ਵਿਚਾਰ, ਇੱਕ ਮਰਜ਼ਾਦਾ ਹੈ। ਮਨਮੁਖ ਕਾਰ ਕਰੇ ਸਭ ਦੁੱਖ ਸੁਭਾਏ, ਅੰਤਰ ਸ਼ਬਦ ਨਹੀਂ ਕਿਉਂ ਧਰ ਜਾਏ। ਮਨਮੁਖ ਪੁਰਸ਼ ਸਾਰੇ ਉਹ ਕੰਮ ਕਰਦਾ ਹੈ ਜਿਨ੍ਹਾਂ ਕਰਕੇ ਬਹੁਤਾ ਦੁੱਖ ਹੁੰਦਾ ਹੈ। ਮਨਮੁਖ ਦੁੱਖ ਜਰਦਾ ਹੈ ਪਰ ਗੁਰੂ ਦੀ ਗੱਲ ਫਿਰ ਨਹੀਂ ਮੰਨਦਾ। ਸਾਖਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚੱਲੇ ਚੁਭੈ ਦੁੱਖ ਪਾਵੇ, ਜਮ ਕਾਲ ਸਹਿ ਸਿਰ ਡੰਡਾ ਹੈ। ਮਨਮੁਖ ਪੁਰਸ਼ ਆਪਣੀ ਮੱਤ ਦੇ ਕਾਰਨ ਗੁਰੂ ਦੀ ਮੱਤ ਨਹੀਂ ਮੰਨਦਾ, ਦੁਖੀ ਹੁੰਦਾ ਹੈ ਪਰ ਉਹ ਗੱਲ ਨਹੀਂ ਧਾਰਨ ਕਰਦਾ। ਸਤਿਗੁਰੂ ਜੀ ਕਹਿੰਦੇ ਇਹ ਹਉਮੈ ਦੀ ਸਾਰੀ ਰੁਕਾਵਟ ਹੈ ਤੇ ਉਸ ਦੇ ਅੰਦਰ ਗੁਰ ਉਪਦੇਸ਼ ਨਹੀਂ ਵਸਿਆ, ਪ੍ਰਭੂ ਦੇ ਦਰਬਾਰ ਵਿੱਚ ਕਿਵੇਂ ਜਾਵੇਗਾ। ਗੁਰਮੁਖ ਸ਼ਬਦ ਵਸੈ ਮਨ ਸਾਚਾ, ਸਦ ਸੇਵੇ ਸੁਖ ਦਾਤਾ ਹੈ। ਗੁਰਮੁਖਾਂ ਦੇ ਮਨ ਵਿੱਚ ਸੱਚਾ ਉਪਦੇਸ਼ ਵਸਦਾ ਹੈ, ਇਸ ਲਈ ਉਹ ਸਦੀਵ ਕਾਲ ਸੁਖ ਦਾਤੇ ਪ੍ਰਭੂ ਨੂੰ ਸਿਮਰਦੇ ਰਹਿੰਦੇ ਹਨ। ਜੈ ਦੇਖਾ ਤੂੰ ਸਭਨੀ ਥਾਈ, ਪੂਰੇ ਗੁਰ ਸਭ ਸੋਜੀ ਪਾਈ। ਸਤਿਗੁਰਾਂ ਨੇ, ਪੂਰਿਆਂ ਸੱਚਿਆਂ ਗੁਰਾਂ ਨੇ ਇਹ ਵੱਡੀ ਰਹਿਮਤ ਕੀਤੀ ਹੈ। ਜਿੱਥੇ ਵੇਖਦਾ ਹਾਂ ਤੂੰ ਹੀ ਸਾਰੀਆਂ ਜਗ੍ਹਾ ਵਿੱਚ ਵਿਆਪਕ ਹੈ, ਹਰ ਥਾਂ ਵਸਦਾ ਹੈ। ਪੂਰਿਆਂ ਗੁਰਾਂ ਤੋਂ ਹੀ ਇਹ ਸਾਰੀ ਸੋਝੀ ਗਿਆਤ ਪਾਈ ਹੈ। ਜਿਹੜੇ ਪ੍ਰਭੂ ਦਾ ਕੋਈ ਪਤਾ ਨਹੀਂ ਸੀ ਲੱਗਦਾ ਕਿਵੇਂ ਮਿਲੇ, ਕਿਹੋ ਜਿਹਾ ਹੈ, ਤੇ ਉਹ ਗੁਰੂ ਨੇ ਹਰ ਥਾਂ 'ਤੇ ਉਹਦੇ ਦਰਸ਼ਨ ਕਰਵਾ ਦਿੱਤੇ। ਭਗਤ ਨਾਮਦੇਵ ਜੀ ਨੂੰ ਕਈ ਵਾਰ ਪਰਮੇਸ਼ਰ ਕਈ ਰੂਪਾਂ ਵਿੱਚ ਮਿਲਿਆ, ਕਈ ਰੂਪ ਧਾਰ ਕੇ, ਪਰ ਜਦੋਂ ਗੁਰੂ ਨੇ ਸੋਝੀ ਬਖਸ਼ ਦਿੱਤੀ, ਉਹਨਾਂ ਨੇ ਹਰ ਥਾਂ ਨੂੰ ਪਛਾਣ ਲਿਆ, ਕਹਿੰਦੇ ਤੂੰ ਹੀ ਹੈ। ਇਹ ਹੋਰ ਹੋਰ ਰੂਪ ਧਾਰ ਕੇ ਮੈਨੂੰ ਦਰਸ਼ਨ ਦਿੰਦਾ ਹੈ, ਪਰ ਹੈ ਸਾਰੀ ਤੇਰੀ ਤਾਕਤ ਹੀ ਹੈ।
ਪੰਨਾ 1052 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਨਾਮੋ ਨਾਮ ਧਿਆਈਏ ਸਦਾ ਸਦ, ਏ ਮਨ ਨਾਮੇ ਰਾਤਾ ਹੈ। ਕਹਿੰਦੇ ਨਾਮਾਂ ਵਿੱਚੋਂ ਸ੍ਰੇਸ਼ਟ ਉੱਤਮ ਨਾਮ ਉਹ ਸੱਚਾ ਨਾਮ, ਜਿਹੜਾ ਸਤਿਨਾਮ ਜਿਹਨੂੰ ਕਿਹਾ ਜਾਂਦਾ, ਸੱਚੇ ਨਾਮ ਨੂੰ, ਉਹਨੂੰ ਸਦਾ ਧਿਆਉਣਾ ਕਰੀਏ। ਜਿਵੇਂ ਗੁਰਮੁਖਾਂ ਦਾ ਇਹ ਮਨ ਸਦਾ ਨਾਮ ਸਿਮਰਨ ਵਿੱਚ ਰਤਾ ਰਹਿੰਦਾ ਹੈ, ਉਸੇ ਪ੍ਰਕਾਰ ਉਸ ਚੀਜ਼ ਨੂੰ ਦ੍ਰਿੜ ਕਰਨਾ ਕਰੀਏ। ਨਾਮੇ ਰਾਤਾ ਪਵਿੱਤ ਸਰੀਰਾ, ਬਿਨ ਨਾਮੇ ਡੂਬ ਮੋਏ ਬਿਨ ਨੀਰਾ। ਜੋ ਨਾਮ ਸਿਮਰਨ ਵਿੱਚ ਰਤਾ ਰਹਿੰਦਾ ਹੈ, ਉਸ ਦਾ ਸਰੀਰ ਪਵਿੱਤਰ ਹੈ। ਨਾਮ ਸਿਮਰਨ ਤੋਂ ਬਿਨਾਂ ਹੋਣ ਕਰਕੇ ਮਨਮੁਖ ਪੁਰਸ਼ ਪਦਾਰਥਾਂ ਰੂਪੀ ਪਾਣੀ ਤੋਂ ਬਿਨਾਂ ਹੀ ਡੁੱਬ ਮੋਏ ਹਨ। ਕਿਉਂਕਿ ਪਦਾਰਥਾਂ ਨੂੰ ਇੱਕ ਪਾਣੀ ਦੱਸਿਆ ਹੈ ਅਤੇ ਉਹ ਕਈ ਤਾਂ ਪਾਣੀ ਵਿੱਚ ਡੁੱਬਦੇ ਹਨ, ਅਤੇ ਮਨਮੁਖ ਜਿਹੜੇ ਹਨ ਪਦਾਰਥਾਂ ਦੇ ਲਾਲਚ ਕਰਕੇ ਦੁਨੀਆ ਦੀਆਂ ਦਾਤਾਂ ਦੇ ਵਿੱਚ ਹੀ ਖੁੱਭ ਜਾਂਦੇ ਹਨ। ਮੋਹ ਕਰਕੇ, ਲੋਭ ਕਰਕੇ, ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੱਸਿਆ, ਤਿਤ ਸਰ ਵਰੜੈ ਪਹਿਲੇ ਨਿਵਾਸਾ, ਪਾਣੀ ਭਾਵ ਤਿਨੇ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੈ ਡੂਬੀ ਹਲੇ। ਉਹੀ ਵਾਲਾ ਸਾਰਾ ਦੱਸਦੇ ਹਨ। ਇਸ ਕਾਰਨ ਆਵੇ ਜਾਵੇ ਨਾਮ ਨਹੀਂ ਬੂਝੇ, ਇਕ ਨਾ ਗੁਰਮੁਖ ਸ਼ਬਦ ਪਛਾਤਾ ਹੈ। ਜੋ ਨਾਮ ਨੂੰ ਨਹੀਂ ਬੁੱਝਦੇ, ਨਾਮ ਨੂੰ ਪਛਾਣਦੇ ਨਹੀਂ, ਉਹ ਮਨਮੁਖ ਜੰਮਦੇ ਮਰਦੇ ਰਹਿੰਦੇ ਹਨ। ਅਤੇ ਇੱਕ ਨਾ ਗੁਰਮੁਖਾਂ ਨੇ ਗੁਰਾਂ ਦੁਆਰੇ ਬ੍ਰਹਮ ਨੂੰ ਪਛਾਣ ਲਿਆ ਹੈ। ਪੂਰੇ ਸਤਿਗੁਰ ਬੂਝ ਬੁਝਾਈ, ਵਿਣ ਨਾਮੇ ਮੁਕਤ ਕਿਨੈ ਨਾ ਪਾਈ। ਪੂਰਿਆਂ ਸਤਿਗੁਰਾਂ ਨੇ ਬੂਝ ਸਮਝਾਈ ਹੈ। ਇਹ ਸ਼ੱਕ ਨਿਕਲਦਾ ਹੈ ਪੂਰਿਆਂ ਦੇ ਕੋਲੋਂ। ਜਿਹੜਾ ਸਾਰੀਆਂ ਗੱਲਾਂ ਵਿੱਚ ਪੂਰਾ ਹੋਵੇ ਅਤੇ ਉਹਨੂੰ ਕਿਹਾ ਜਾਂਦਾ ਸਰਬ ਕਲਾ ਸਮਰੱਥ। ਉਹਦੇ ਗਾੜੀ ਬੇਨਤੀ ਕੀਤੀ ਸਫਲ ਹੈ ਕਿ ਨਾਮ ਸਿਮਰਨ ਤੋਂ ਬਿਨਾਂ ਕਿਸੇ ਨੇ ਮੁਕਤੀ ਨਹੀਂ ਪਾਈ। ਭਾਵੇਂ ਕੋਈ ਵੱਡੇ ਤੋਂ ਵੱਡੀ ਹਸਤੀ ਹੋਈ ਹੈ, ਉਹਨੂੰ ਗੁਰੂ ਧਾਰਨਾ ਪਿਆ ਅਤੇ ਗੁਰੂ ਦੀ ਆਗਿਆ ਅਨੁਸਾਰ ਉਹਨੇ ਇਹ ਜਿਹੜੀ ਹੈ ਬੰਦਗੀ ਕੀਤੀ, ਤਾਂ ਕਿਰਪਾ ਹੋਈ। ਸਤਿਗੁਰੂ ਜੀ ਕਹਿੰਦੇ ਪੁੱਛੋ ਬ੍ਰਹਮੇ ਨਾਰ ਦੇ ਵੇਦ ਵਿਆਸੇ ਕੋਏ। ਕਹਿੰਦੇ ਹੇ ਭਾਈ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਭਾਵੇਂ ਬ੍ਰਹਮਾ ਵਰਗੇ, ਵਿਆਸ ਵਰਗੇ, ਨਾਰਦ ਵਰਗਿਆਂ ਦਾ ਹਵਾਲਾ ਵੇਖ ਲਓ, ਪੜ੍ਹ ਕੇ ਸੁਣ ਕੇ। ਉਹਨਾਂ ਵੀ ਗੁਰੂ ਦੀ ਗੱਲ ਮੰਨੀ ਤਾਂ ਰਹਿਮਤ ਹੁੰਦੀ ਹੈ। ਨਾਮੇ ਨਾਮ ਮਿਲੇ ਵਡਿਆਈ, ਸਹਿਜ ਰਹਿ ਰੰਗ ਰਾਤਾ ਹੈ। ਨਾਮ ਦੀ ਵਡਿਆਈ ਕਰਨ ਨਾਲ ਹੀ, ਨਾਮ ਦੀ ਆਰਾਧਨਾ ਕਰਕੇ ਹੀ ਉਹ ਨਾਮੀ ਪ੍ਰਮਾਤਮਾ ਮਿਲਦਾ ਹੈ। ਜਿਹਦਾ ਨਾਮ ਜਪਦੇ ਹਾਂ ਉਹਨੂੰ ਨਾਮੀ ਕਿਹਾ ਹੈ। ਅਤੇ ਸਹਿਜ ਪਦ ਆਨੰਦ ਵਿੱਚ ਰਤਾ ਰਹਿੰਦਾ ਹੈ। ਸਹਿਜ ਅਵਸਥਾ ਉਹ ਚੌਥੀ ਸਟੇਜ ਹੈ, ਚੌਥੀ ਲਾਮ। ਜਿਵੇਂ ਆਨੰਦ ਕਾਰਜ ਵੇਲੇ 4 ਲਾਵਾਂ ਹੁੰਦੀਆਂ ਹਨ, ਅਤੇ ਚੌਥੀ ਲਾਮ ਜਿਹੜੀ ਹੈ ਇਹ ਅਸਲ ਸੰਪੂਰਨਤਾ ਦੀ ਹੁੰਦੀ ਹੈ। ਇਸੇ ਤਰ੍ਹਾਂ ਚੌਥੀ ਮੰਜ਼ਿਲ ਜਿਹੜੀ ਹੈ ਗੁਰਮਤਿ ਦੇ ਰਸਤੇ ਵਿੱਚ ਉਹ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਕਾਇਆ ਨਗਰ ਟਹਿ ਟਹਿ ਢੇਰੀ, ਬਿਨ ਸ਼ਬਦੈ ਚੂਕੈ ਨਹੀਂ ਫੇਰੇ। ਕਹਿੰਦੇ ਸਰੀਰ ਰੂਪੀ ਨਗਰ ਢਹਿੰਦਾ ਢਹਿੰਦਾ ਸਵਾਹ ਦੀ ਢੇਰੀ ਹੋ ਜਾਂਦਾ ਹੈ। ਅਤੇ ਗੁਰਾਂ ਦੇ ਉਪਦੇਸ਼ ਤੋਂ ਬਿਨਾਂ 84 ਦੀ ਫੇਰੀ ਦੂਰ ਨਹੀਂ ਹੁੰਦੀ, 84 ਮੁੱਕਦੀ ਨਹੀਂ। ਕਈ ਵਾਰ ਸਰੀਰ ਬਣਦਾ, ਕਈ ਵਾਰ ਖਤਮ ਹੁੰਦਾ। ਆਉਣ ਜਾਣ ਦੇ ਵਿੱਚ ਹੀ, ਚੱਕਰ ਵਿੱਚ ਹੀ ਜੀ ਰੁੱਝਾ ਰਹਿੰਦਾ ਹੈ, ਫਸਿਆ ਰਹਿੰਦਾ ਹੈ। ਸਾਚ ਸਲਾਹੇ ਸਾਚ ਸੁਮਾਵੈ, ਜਿਨ ਗੁਰਮੁਖ ਏਕੋ ਜਾਤਾ ਹੈ। ਕਹਿੰਦੇ ਫਿਰ 84 ਦੇ ਵਿੱਚੋਂ ਬਚੇਗਾ ਕੌਣ? ਛੁਟਕਾਰਾ ਕਿਹਦਾ ਹੋਵੇਗਾ? ਅਤੇ ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਭਾਈ, ਜਿਨ੍ਹਾਂ ਨੇ ਗੁਰਾਂ ਦੁਆਰੇ ਇੱਕ ਅਦੁੱਤੀ ਬ੍ਰਹਮ ਨੂੰ ਜਾਣਿਆ ਹੈ, ਜਿਹਨੂੰ ਕਿਹਾ ਇੱਕ ਓੰਕਾਰ, ਜਿਹੜਾ ਇੱਕ ਐਸਾ ਹੈ ਜਿਹਦੇ ਵਿੱਚ ਕੋਈ ਦੁਬਿਧਾ ਨਹੀਂ, ਉਹਦੇ ਵਰਗਾ ਕੋਈ ਦੂਜਾ ਨਹੀਂ। ਉਹ ਗੁਰੂ ਦੇ ਰਾਹੀਂ ਪਤਾ ਲੱਗਦਾ ਹੈ। ਉਹਨਾਂ ਦੁਆਰੇ ਸੱਚ ਨਾਮ ਨੂੰ ਸਲਾਵੇ ਤਾਂ ਹੀ ਸੱਚੇ ਪ੍ਰਭੂ ਵਿੱਚ ਭੇਦ ਹੁੰਦਾ ਹੈ। ਜਿਹੜਾ ਗੁਰੂ ਆਪ ਉਹਦੇ ਨਾਲ ਮਿਲਿਆ ਹੈ ਉਹ ਕਿਸੇ ਨੂੰ ਹੀ ਦੱਸ ਦੇਵੇਗਾ। ਇਹ ਨਹੀਂ ਤੇ ਉਹ ਜਿਹੜੇ ਗੱਲੀ ਬਾਤੀ ਕਿਸੇ ਨੇ ਆਪਣਾ ਨਾਂ ਸੁਹਾਗਣ ਰੱਖਿਆ ਸੀ, 100 ਸੁਹਾਗਣ,
ਲੋਕਾਂ ਨੂੰ ਪਖੰਡ ਕਰਕੇ ਵਿਖਾਉਂਦਾ ਸੀ, ਪਖੰਡੀ ਸਾਧ, ਕਿ ਮੈਂ ਮਾਲਕ ਦੀ ਸੁਹਾਗਣ ਹਾਂ, ਸੱਚੇ ਪ੍ਰਮਾਤਮਾ ਦੀ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਉੱਥੇ ਆਏ ਅਤੇ ਵਿਚਾਰ ਵਟਾਂਦਰਾ ਹੋਇਆ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਪ੍ਰੇਮ ਨਾਲ ਪੁੱਛਣ ਲੱਗੇ, ਸੰਤ ਜੀ ਉਹ ਵਾਹਿਗੁਰੂ ਦੇ ਦਰਸ਼ਨ ਕਦੇ ਹੋਏ? ਕਿਹੋ ਜਿਹਾ ਉਹਦਾ ਦਰਸ਼ਨ ਹੈ? ਕਹਿੰਦੇ ਜੀ ਮੈਨੂੰ ਅਜੇ ਤੱਕ ਦਰਸ਼ਨ ਹੋਏ ਨਹੀਂ, ਕਦੇ ਮਿਲੇ ਨਹੀਂ। ਕਹਿੰਦੇ ਫਿਰ ਤੂੰ 100 ਸੁਹਾਗਣ ਕਿਵੇਂ ਹੈ? ਸੁਹਾਗਣ ਤੇ ਉਹ ਜਿਹੜੀ ਸਦਾ ਪਤੀ ਦੀ ਸੇਵਾ ਵਿੱਚ ਹਾਜ਼ਰ ਹੈ, ਪਤੀ ਉਹਦੇ 'ਤੇ ਖੁਸ਼ ਹੈ, ਉਹਦੇ 'ਤੇ ਦੂਰ ਨਹੀਂ। ਅਤੇ ਜਿਹਨੂੰ ਕਦੀ ਪਤੀ ਮਿਲਿਆ ਨਹੀਂ ਉਹ ਸੁਹਾਗਣ ਕਿਵੇਂ ਹੈ? ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ ਹਨ, ਉਹ ਬਾਹਰ ਦੇ ਨਾਂ ਰਖਾਇਆਂ, ਬਾਹਰ ਦੀ ਵਿਖਾਵੇ ਵਾਲੀ ਗੱਲ ਕੀਤਿਆਂ ਉਹ ਪ੍ਰਸੰਨ ਨਹੀਂ ਹੁੰਦਾ, ਕਿਉਂਕਿ ਸਭ ਕੁਝ ਇਹਨੇ ਆਪ ਬਣਾਇਆ ਹੈ। ਉਹ ਅਸਲ ਵਸਤੂ ਨੂੰ ਪਛਾਣ ਲੈਂਦਾ, ਉਹਨੂੰ ਦਾਨਾ ਬੀਨਾ ਤਾਂ ਹੀ ਕਿਹਾ ਹੈ। ਸੋ ਅੱਜ ਦੀ ਵਿਚਾਰ ਦੀ ਇਸ ਸ਼ਬਦ ਦੀ ਸੰਪੂਰਨਤਾ ਅਤੇ ਇਹ ਵਿਚਾਰ ਦੀ ਵਿਸਰਾਮਤਾ ਹੋ ਰਹੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਹਨ, ਜਿਸਨੂੰ ਨਦਰ ਕਰੇ ਸੋ ਪਾਏ, ਸਾਚਾ ਸ਼ਬਦ ਵਸੈ ਮਨ ਆਏ। ਜਿਸ ਉੱਤੇ ਪ੍ਰਭੂ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦਾ ਹੈ, ਵਾਹਿਗੁਰੂ ਮਿਹਰ ਦੀ ਨਜ਼ਰ ਕਰਦਾ ਹੈ, ਅਤੇ ਉਹੀ ਪੁਰਸ਼ ਪੂਰਿਆਂ ਗੁਰਾਂ ਨੂੰ ਪਾਉਂਦਾ ਹੈ। ਹੁਣ ਇੱਥੇ ਇਹ ਗੱਲ ਨਹੀਂ ਅਸੀਂ ਉਲਟ ਪਾਸੇ ਸੋਚ ਲੈਂਦੇ ਕਿ ਉਹ ਕਿਰਪਾ ਕਰਾਵੇ ਤਾਂ ਹੋਣੀ, ਸਾਡਾ ਕੀ ਦੋਸ਼ ਹੈ, ਸਾਨੂੰ ਕੋਈ ਪਰਵਾਹ ਨਹੀਂ। ਪਰ ਇਹਦਾ ਇਹ ਵੀ ਭਾਵ ਬਣਦਾ ਹੈ ਕਿ ਭਾਈ ਜਿਨ੍ਹਾਂ ਨੇ ਪੂਰਿਆਂ ਗੁਰਾਂ ਨੂੰ ਜਾ ਕੇ ਆਪਣੀ ਬੇਨਤੀ ਦੱਸੀ ਹੈ, ਗੁਰੂਆਂ ਦੀ ਸ਼ਰਨ ਪ੍ਰਾਪਤ ਕੀਤੀ ਹੈ, ਉਹਨਾਂ 'ਤੇ ਫਿਰ ਵਾਹਿਗੁਰੂ ਕਿਰਪਾ ਕਰਦਾ ਹੈ। ਕਿਉਂਕਿ ਇਹਨੇ ਗੁਰੂ ਦੇ ਰਾਹੀਂ ਸਾਰੀ ਬੇਨਤੀ ਮੰਨਣੀ, ਵਾਹਿਗੁਰੂ ਨੇ ਵਿੱਚ ਉਹਨੇ ਗੁਰੂ ਨੂੰ ਰੱਖਿਆ ਹੈ। ਜਾਂ ਇਵੇਂ ਕਹਿ ਲਓ ਪਰਮੇਸ਼ਰ ਘਰ ਹੈ ਅਤੇ ਗੁਰੂ ਦਰਵਾਜ਼ਾ ਹੈ। ਜਿੰਨਾ ਚਿਰ ਦਰਵਾਜ਼ੇ ਥਾਣੀ ਲੰਘਾਂਗੇ ਨਾ ਘਰ ਨਹੀਂ ਜਾਇਆ ਜਾਂਦਾ। ਉਹਦੇ ਘਰ ਵਿੱਚ ਜਾਣ ਵਾਸਤੇ ਗਾੜੀ ਦਰ ਹੈ। ਇਸੇ ਤਰ੍ਹਾਂ ਪਰਮੇਸ਼ਰ ਨੂੰ ਮਿਲਣ ਵਾਸਤੇ ਗੁਰੂ ਹੈ। ਭਾਈ ਗੁਰਦਾਸ ਜੀ ਕਹਿੰਦੇ ਹੋਏ ਵਿਚੋਲਾ ਆਣ ਮਿਲਾਵੇ, ਅਤੇ ਗੁਰਬਾਣੀ ਵਿੱਚ ਕਥਨ ਕੀਤਾ, ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਕਹਿੰਦੇ ਐਸੇ ਪੂਰੇ ਸੱਚੇ ਗੁਰੂ ਤੋਂ ਸਦਾ ਬਲਿਹਾਰ ਵਾਰਨੇ ਜਾਈਏ, ਜਿਨ੍ਹਾਂ ਨੂੰ ਮਿਲੇ ਅਤੇ ਸਾਡਾ ਪਤੀ ਪਰਮਾਤਮਾ ਜਿਹੜਾ ਉਹਦੀ ਸਾਨੂੰ ਪਛਾਣ ਕਰਵਾ ਦਿੱਤੀ। ਇਹ ਪੂਰੇ ਗੁਰੂ ਦੀ ਕਿਰਪਾ ਹੈ। ਇਸ ਕਰਕੇ ਪੂਰਿਆਂ ਨੂੰ ਮਿਲਦਾ ਹੈ, ਜਿਨ੍ਹਾਂ ਨੂੰ ਪੂਰਿਆਂ ਦੀ ਸੰਗਤ ਹੋਈ ਹੈ, ਉਹਨਾਂ ਨੂੰ ਫਿਰ ਪੂਰੇ ਗੁਰੂ ਦੀ ਨਿਸ਼ਾਨੀ ਪਛਾਣ ਦਾ ਪਤਾ ਲੱਗ ਜਾਂਦਾ ਹੈ। ਫਿਰ ਉਹ ਪੂਰੇ ਪਰਮੇਸ਼ਰ ਨਾਲ ਮਿਲ ਸਕਦੇ ਹਨ। ਅਧੂਰਿਆਂ ਦੀ ਸੰਗਤ 'ਤੇ ਉਹ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਹਰ ਕਿਸੇ ਵਿੱਚ ਆਮ ਜਿਹੜਾ ਕੋਈ ਪਰਮੇਸ਼ਰ ਨੂੰ ਥੋੜ੍ਹਾ ਬਹੁਤਾ ਯਾਦ ਕਰਦਾ, ਭਾਵੇਂ ਆਪਣੀ ਮਰਜ਼ੀ ਨਾਲ ਹੀ, ਉਹਦੇ ਵਿੱਚ ਵੀ ਕੋਈ ਨਾ ਕੋਈ ਸ਼ਕਤੀ ਤਾਕਤ ਤਾਂ ਹੋ ਸਕਦੀ ਹੈ। ਪਰ ਜਿਹੜੀ ਗੁਰੂ ਵਾਲੀ ਕਿਰਪਾ ਹੈ ਉਹ ਹਰ ਕੋਲ ਨਹੀਂ ਪ੍ਰਾਪਤ ਹੁੰਦੀ। ਗੁਰੂ ਵਿੱਚ ਹਰ ਤਰ੍ਹਾਂ ਦੀ ਕਿਰਪਾ ਹੈ। ਜਿਹੜੀ ਵੀ ਕਿਸੇ ਨੂੰ ਕੋਈ ਸਮੱਸਿਆ ਉਹ ਹੱਲ ਕਰ ਦਿੰਦਾ ਹੈ। ਉਹਦੇ ਗਾੜੀ ਬੇਨਤੀ ਕਰੀਏ, ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ 'ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਹੈ ਮਹਾਰਾਜ ਤੇਰੇ ਗਾੜੀ ਬੇਨਤੀ ਹੈ, ਅਸੀਂ ਤਾਂ ਮਿੰਟ ਮਿੰਟ 'ਤੇ ਡੋਲ ਜਾਂਦੇ ਹਾਂ, ਤਿਲਕ ਜਾਂਦੇ ਹਾਂ, ਤੂੰ ਮਿਹਰ ਦਾ ਹੱਥ ਦੇ ਕੇ ਰੱਖ। ਅਤੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹਦੀ ਐਸੀ ਅਵਸਥਾ ਸ਼ਰਧਾ ਪ੍ਰੇਮ ਵਾਲੀ ਬਣ ਗਈ, ਹਰ ਵੇਲੇ ਗੁਰੂ ਗਾੜੀ ਬੇਨਤੀਆਂ ਤਰਲੇ ਪਾਉਂਦਾ ਰਹਿੰਦਾ, ਮਹਾਰਾਜ ਮੈਨੂੰ ਬਚਾ ਲੈ, ਵਾਧ ਘਾਟ ਤੋਂ ਬਚਾਈ ਰੱਖ। ਫਿਰ ਉਸੇ ਦੇ ਮਨ ਵਿੱਚ ਸੱਚਾ ਉਪਦੇਸ਼ ਬ੍ਰਹਮ ਆ ਕੇ ਵਸਦਾ ਹੈ। ਨਾਨਕ ਨਾਮ ਰਤੇ ਨਿਰੰਕਾਰੀ, ਦਰ ਸਾਚੈ ਸਾਚ ਪਛਾਤਾ ਹੈ। ਨਾਨਕ ਨਾਮ ਰਤੇ ਨਿਰੰਕਾਰੀ, ਦਰ ਸਾਚੈ ਸਾਚ ਪਛਾਤਾ ਹੈ। ਧੰਨ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਮਹਾਰਾਜ ਜੀ ਕਥਨ ਕਰਦੇ ਹਨ, ਫਰਮਾਉਂਦੇ ਹਨ, ਜਿਹੜੇ ਪੁਰਸ਼ ਸੱਚੇ ਸਤਸੰਗ ਵਿੱਚ ਜਾ ਕੇ ਨਿਰੰਕਾਰ ਪ੍ਰਭੂ ਦੇ ਨਾਮ ਸਿਮਰਨ ਵਿੱਚ ਰਤੇ ਹਨ, ਉਹਨਾਂ ਨੇ ਸੱਚੇ ਪ੍ਰਭੂ ਨੂੰ ਪਛਾਣ ਲਿਆ ਹੈ। ਇਸ ਕਰਕੇ ਐਸਾ ਸਤਸੰਗ ਉਹ ਕਿਹਾ ਹੈ, ਸਤ ਸੰਗਤ ਉਹ ਜਾਣੀਐ,
ਜਿੱਥੇ ਏਕੋ ਨਾਮ ਪਛਾਣੀਐ, ਏਕੋ ਨਾਮ ਵਖਾਣੀਐ ਪਛਾਣੀਐ, ਜਿੱਥੇ ਇੱਕ ਨਾਮ ਦੀ ਗੱਲ ਕੋਈ ਕਰਦਾ ਹੋਵੇ ਉਸ ਨਾਮ ਦੀ ਪਛਾਣ ਹੋ ਸਕੇ। ਅਤੇ ਸਤਿਗੁਰੂ ਜੀ ਕਥਨ ਕਰਦੇ ਹਨ ਉੱਥੇ ਗੁਰੂ ਜੀ ਦੀ ਮਰਜ਼ਾਦਾ ਹੋਵੇ, ਕੋਈ ਅਦਲ ਬਦਲ ਕਰਕੇ ਮਰਜ਼ਾਦਾ ਨਾ ਹੋਵੇ। ਅਤੇ ਸਤਿਗੁਰੂ ਜੀ ਕਹਿੰਦੇ ਫਿਰ ਉੱਥੇ ਕਿਰਪਾ ਹੁੰਦੀ ਹੈ, ਕਿਉਂਕਿ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਉਹ ਸੱਚੇ ਗੁਰੂ ਦੀ ਕਿਰਪਾ ਨਾਲ ਹੋਣਾ, ਅਤੇ ਸੱਚੇ ਗੁਰੂ ਦੀ ਨਿਸ਼ਾਨੀ ਉਹਨਾਂ ਦੱਸੀ ਹੈ, ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ, ਤਿਸ ਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ। ਉਹਦਾ ਜਿਹੜਾ ਸਾਥ ਕਰਦਾ, ਉਹਦੀ ਸ਼ਰਨ ਵਿੱਚ ਜਾਂਦਾ ਹੈ, ਉਹਦੇ 'ਤੇ ਕਿਰਪਾ ਹੁੰਦੀ ਹੈ। ਅਤੇ ਫਿਰ ਕਹਿੰਦੇ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਪੂਰੇ ਗੁਰੂ ਦੀ ਸਿੱਖਿਆ ਜਿਨ੍ਹਾਂ ਮੰਨ ਲਈ, ਉਹ ਹਰ ਵੇਲੇ ਕੋਲ ਪਰਮੇਸ਼ਰ ਨੂੰ ਵੇਖਦੇ ਹਨ, ਦੂਰ ਨਹੀਂ ਉਹਨਾਂ ਤੋਂ, ਸਦਾ ਉਹਨਾਂ ਨੂੰ ਦਰਸ਼ਨ ਪ੍ਰਤੱਖ ਹੁੰਦੇ ਹਨ। ਇਸ ਕਰਕੇ ਗੁਰੂ ਅਮਰਦਾਸ ਜੀ ਨੇ ਪੂਰਾ ਜ਼ੋਰ ਦੇ ਕਰਕੇ ਇਸ ਬਚਨ 'ਤੇ, ਇਸ ਵਿਚਾਰ 'ਤੇ, ਹਰ ਬਹੁਤੇ ਬਚਨਾਂ ਵਿੱਚ ਇਹੀ ਦੱਸਿਆ, ਭਾਈ ਜਿੰਨਾ ਚਿਰ ਗੁਰੂ ਵਾਲੇ ਨਹੀਂ ਬਣੀਦਾ ਉਹਨਾਂ ਚਿਰ ਗੱਲ ਕੋਈ ਲੇਖੇ ਵਿੱਚ ਨਹੀਂ। ਕਿਉਂਕਿ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਮ ਬੁਰਾ। ਸੱਚੇ ਗੁਰੂ ਤੋਂ ਬਿਨਾਂ ਕੋਈ ਗੁਰੂ ਉਹਦੇ ਬਰਾਬਰ ਨਹੀਂ। ਅਤੇ ਜਿਹੜਾ ਹੈ ਹੀ ਨਗੁਰਾ, ਗੁਰੂ ਧਾਰਨ ਕੀਤਾ ਨਹੀਂ, ਉਹਦੇ ਨਾਲ ਸਾਂਝ ਪਾਉਣੀ, ਰਿਸ਼ਤਾ ਜੋੜਨਾ ਤੇ ਬੜੀ ਗਾਂਹ ਦੀ ਗੱਲ ਹੈ। ਸਤਿਗੁਰੂ ਕਹਿੰਦੇ ਉਹਦਾ ਨਾਂ ਲੈਣ ਦਾ ਹੀ ਬੜਾ ਪਾਪ ਹੈ। ਅਤੇ ਜਿਹੜਾ ਰੱਬ ਨੂੰ ਯਾਦ ਕਰਨ ਵਾਲਾ, ਆਮ ਸਿਆਣੇ ਕਹਿੰਦੇ ਫਲਾਣਾ ਅੰਮ੍ਰਿਤ ਵੇਲੇ ਸਵੇਰੇ ਉੱਠ ਕੇ ਨਾਂ ਲੈਣ ਵਾਲਾ, ਉਹਦਾ ਕਿਉਂ ਇਹ ਗੱਲ ਕੀਤੀ ਜਾਂਦੀ, ਜ਼ਿਕਰ ਕਰਦੇ ਹਨ ਕਿ ਉਹਦੇ ਵਿੱਚ ਪਰਮੇਸ਼ਰ ਵੱਸਦਾ ਹੈ, ਉਹਨੂੰ ਮਿਲਿਆ ਰੱਬ ਦਾ ਚੇਤਾ ਆ ਜਾਂਦਾ। ਜਿਹੜਾ ਪੂਰਨ ਗੁਰਸਿੱਖ ਹੈ, ਜਦੋਂ ਸਾਹਮਣੇ ਆਵੇਗਾ ਇੱਕਦਮ ਖਿਆਲ ਆ ਜਾਂਦਾ ਹੈ ਗੁਰੂ ਦਾ ਸਿੱਖ ਹੈ, ਇਹ ਪਰਮੇਸ਼ਰ ਦਾ ਪਿਆਰਾ ਹੈ। ਅਤੇ ਜਿਹੜਾ ਉਹਨੂੰ ਮਿਲੇਗਾ ਉਹ ਵੀ ਚੇਤਾ ਫਿਰ ਕਰਾ ਦਿੰਦਾ ਹੈ। ਸਤਿਗੁਰਾਂ ਨੇ ਇਸੇ ਕਰਕੇ ਸਾਨੂੰ ਸਭ ਤੋਂ ਵੱਡਾ ਦਾਨ ਫਤਿਹ ਦਾ ਬਖਸ਼ਿਆ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਕੋਈ ਗੁਰੂ ਸਿੱਖ ਨੂੰ ਸਿੱਖ ਮਿਲਦਾ ਹੈ ਸਾਹਮਣੇ ਪ੍ਰਸੰਨ ਹੋ ਕੇ, ਉਹ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 2 ਵਾਰ ਆਪਣੀ ਰਸਨਾ ਵਿੱਚੋਂ ਵਾਹਿਗੁਰੂ ਦਾ ਨਾਮ ਮਿਲਿਆ, ਅਤੇ ਨਾਲੇ ਆਪਣਾ ਆਪ ਗੁਰੂ ਅੱਗੇ ਹਾਜ਼ਰ ਕਰ ਦਿੱਤਾ ਕਿ ਗੁਰੂ ਦਾ ਹੈ ਇਹ ਖਾਲਸਾ, ਆਪਣੇ ਆਪ 'ਚ ਨਹੀਂ, ਇਹ ਗੁਰੂ ਦੀ ਕਿਰਪਾ ਨਾਲ ਸਾਜਿਆ ਹੈ, ਅਤੇ ਉਹੀ ਫਤਿਹ ਬਖਸ਼ਣ ਵਾਲਾ ਹੈ, ਕਾਮਯਾਬੀ ਬਖਸ਼ਣ ਵਾਲਾ ਹੈ। ਅਤੇ ਜਿਹੜਾ ਫਤਿਹ ਨੂੰ ਸੁਣਦਾ ਉਹ ਵੀ ਉਹੀ ਜਵਾਬ ਦਿੰਦਾ ਹੈ। ਇਸ ਕਰਕੇ ਦੋਵਾਂ ਦੇ ਵਿੱਚ ਪਰਮੇਸ਼ਰ ਜਿਹੜਾ ਹੈ ਉਹਦਾ ਚੇਤਾ ਆ ਜਾਂਦਾ ਹੈ। ਇਹ ਗੁਰਸਿੱਖ ਨੂੰ ਮਿਲਿਆ ਇਹ ਜਿਹੜੇ ਪਦਾਰਥ, ਇਹ ਜਿਹੜੀ ਖੁਸ਼ੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਤਾਂ ਹੀ ਕਿਹਾ ਜਾਂਦਾ ਮਹਾਰਾਜ ਆਪਣੇ ਗੁਰਮੁਖਾਂ ਦੀ ਸੰਗਤ ਬਖਸ਼, ਜਿਹਦੇ ਮਿਲਿਆ ਪੂਰੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਤੇਰੇ ਨਾਲ ਮਿਲ ਸਕੀਏ। ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਾਉ ਜਲ ਫੇਰਾ। ਮਹਾਰਾਜ ਜੇ ਤੂੰ ਇਹ ਜਨਮ ਦਿੱਤਾ ਹੈ, ਹੁਣ ਮੁੜ ਮੁੜ ਕੇ ਜੰਮਣ ਮਰਨ ਵਿੱਚ ਨਾ ਆਉਣਾ ਪਵੇ, ਮੁੜ ਕੇ ਤੂੰ ਇਹ 84 ਤੋਂ ਬਚਾ ਲੈ। ਇਹ ਤੇਰੇ ਚਰਨਾਂ ਵਿੱਚ ਆਉਣ ਦਾ ਸਭ ਤੋਂ ਵੱਡਾ ਇਹੀ ਲਾਹ ਹੈ। ਇੱਥੋਂ ਤੱਕ ਸਿੱਖ ਸੰਗਤਾਂ ਨੇ ਕਈ ਵਾਰ ਜੇ ਕਿਸੇ ਨੇ ਗੁਰੂ ਘਰ ਕੋਈ ਹੇਰਾ ਫੇਰੀ ਕੀਤੀ, ਕੋਈ ਗਲਤ ਕੰਮ ਕੀਤਾ, ਕੋਈ ਚੋਰੀ ਕੀਤੀ, ਅਤੇ ਕਈਆਂ ਕਿਹਾ ਇਹਨੂੰ ਸਜ਼ਾ ਕੀ ਦਈਏ। ਅਤੇ ਸਤਿਗੁਰਾਂ ਦੇ ਜਿਹੜੇ ਪਿਆਰੇ ਸਿੱਖ ਕਹਿਣ ਲੱਗੇ ਮਹਾਰਾਜ ਸਾਡੀ ਬੇਨਤੀ ਤਾਂ ਇਹ ਹੈ, ਜਿਨ੍ਹਾਂ ਹੁਣ ਤੁਹਾਡੇ ਦਰਸ਼ਨ ਕਰ ਲਏ ਇਹਨਾਂ ਨੂੰ ਪਵਿੱਤਰ ਕਰਕੇ ਬਖਸ਼ ਲਓ। ਜਿਹੜਾ ਤੁਹਾਡੇ ਦਰਸ਼ਨ ਕਰਕੇ ਵੀ ਸਜ਼ਾ ਪਾ ਲਵੇ ਉਦੋਂ ਵੱਡਾ ਮਾੜੇ ਭਾਗਾਂ ਵਾਲਾ ਕੌਣ ਹੈ। ਇਹ ਗੁਰੂ ਕੇ ਪਿਆਰੇ ਬਖਸ਼ਾ ਲੈਂਦੇ ਹਨ ਬੇਨਤੀਆਂ ਕਰਕੇ ਪਾਪੀਆਂ ਨੂੰ ਵੀ, ਅਤੇ ਗੁਰੂ ਰਹਿਮਤ ਕਰ ਦਿੰਦੇ ਹਨ। ਇਸ ਕਰਕੇ ਕਹਿੰਦੇ ਮਹਾਰਾਜ ਜੇ ਕਿਸੇ ਮਾੜਾ ਕਰਮ ਵੀ ਕੀਤਾ ਹੈ, ਜਿਹੜਾ ਤੇਰੇ ਦਰਸ਼ਨ ਕਰ ਲਵੇ ਤਾਂ ਤੇ ਰਹਿਮਤ ਕਰਦੇ। ਤਾਂ ਹੀ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਸੋ ਅੱਜ ਦੀ ਵਿਚਾਰ ਦੀ ਇੱਥੇ ਵਿਸਰਾਮਤਾ ਹੈ। ਗੁਰੂ ਪਿਆਰੀ ਸਾਧ ਸੰਗਤ ਇੰਨੇ ਸਮੇਂ ਵਿੱਚ ਇਹਨਾਂ ਕੁਝ ਕਹਿੰਦਿਆਂ ਇਸ ਮੂਰਖ ਪਾਪੀ ਕੁਕਰ ਜੀਵ ਕੋਲੋਂ ਬੇਅੰਤ ਭੁੱਲਾਂ ਹੋਈਆਂ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਬਖਸ਼ਣ ਯੋਗ ਹੋ, ਔਗਣਾਂ ਨੂੰ ਨਾ ਚਿਤਾਰਨ ਅੱਗੇ ਤੋਂ ਸੋਝੀ ਬਖਸ਼ਣੀ। ਸਤਿਗੁਰੂ ਕਿਰਪਾ ਕਰਨ ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰਨ, ਧਰਮ ਦਾ ਪੰਥ ਦਾ ਵਾਧਾ ਹੋਵੇ, ਏਕਤਾ ਹੋਏ, ਅੰਗ ਸੰਗ ਸ਼ੁਭ ਕਾਰਜ ਰਾਸ ਕਰਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।